ਸਤਿ ਸ੍ਰੀ ਅਕਾਲ। ਤੁਸੀਂ ਪੰਜਾਬਿਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸਾਬਕਾ IAS ਸਰਦਾਰ ਗੁਰਤੇਜ ਸਿੰਘ ਮੌਜੂਦ ਨੇ। ਗੱਲਬਾਤ ਕਰਾਂਗੇ ਅਸੀਂ ਸਿਆਸਤ ਦੇ ਵਿੱਚ ਬੇਅਦਬੀ ਮਸਲਿਆਂ ਨੂੰ। ਬੇਅਦਬੀ ਮਸਲੇ ਕਿਸ ਤਰੀਕੇ ਦੇ ਨਾਲ ਸੁਲਝਾਏ ਨਹੀਂ ਜਾ ਰਹੇ, ਕਿਉਂ ਇਹਨਾਂ ਨੂੰ ਲਟਕਾਇਆ ਜਾ ਰਿਹਾ। ਇਨਸਾਫ ਦੀ ਆਸ ਜਿਹੜੀ ਆ ਉਹ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਸਨ 84 ਦੇ ਮਾਮਲੇ ਜਿਹੜੇ ਨੇ ਉਹ ਸਿੱਖ ਭਾਵਨਾਵਾਂ ਨੂੰ ਅੱਜ ਵੀ ਜਿਹੜਾ ਠੇਸ ਪਹੁੰਚਾਉਂਦੇ ਨੇ। ਇਸ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਬਹੁਤ ਸਵਾਲ ਨੇ ਜਿਹੜੇ ਬੇਅਦਬੀ ਵਾਲੇ ਮਸਲਿਆਂ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਅੰਦਰ ਵੀ ਜਿਹੜੇ ਪੈਦਾ ਹੁੰਦੇ। ਸਵਾਗਤ ਹੈ ਤੁਹਾਡਾ ਗੁਰਤੇਜ ਸਿੰਘ ਜੀ, ਪੰਜਾਬਿਸਤਾਨ ਟੀਵੀ। ਥੈਂਕ ਯੂ ਵੈਰੀ ਮਚ। ਸ਼ੁਕਰੀਆ। ਗੁਰਤੇਜ ਸਿੰਘ ਜੀ, ਸਭ ਤੋਂ ਵੱਡਾ ਸਵਾਲ ਤਾਂ ਇਹੀ ਹੈ ਕਿ ਜਦੋਂ ਕਿਹਾ ਜਾਂਦਾ ਹੈ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ, ਪੰਜਾਬ ਗੁਰੂਆਂ ਦੇ ਨਾਮ ਤੇ ਜਿਉਂਦਾ, ਤਾਂ ਪੰਜਾਬ ਦੀ ਧਰਤੀ ਤੇ ਬੇਅਦਬੀ ਦੀਆਂ ਘਟਨਾਵਾਂ ਕਿਉਂ ਵਾਪਰਦੀਆਂ? ਇਸ ਨੂੰ ਸਮਝਣ ਵਾਸਤੇ ਆਪਾਂ ਨੂੰ ਬਹੁਤ ਪਛਾਣ ਡੂੰਘਾ ਜਾਣਾ ਪਏਗਾ। ਪਹਿਲੀ ਗੱਲ ਤਾਂ ਇਹ ਹੈਗੀ ਕਿ ਇਹ ਜਿਹੜਾ ਮੁਲਕ ਹੈ ਸਾਡਾ, ਜਿਸ ਦੇ ਵਿੱਚ ਅਸੀਂ ਰਹਿ ਰਹੇ ਹਾਂ ਇਸ ਵੇਲੇ, ਇਹ ਇੱਕ ਮੁਲਕ ਨਹੀਂ ਹੈ। ਇਹ ਕਈ ਸਾਰੇ ਮੁਲਕਾਂ ਦਾ ਇੱਕ ਗੱਠਜੋੜ ਬਣਿਆ ਹੋਇਆ ਹੈ। ਜੇ ਆਪਾਂ ਇੱਕ ਐਗਜ਼ਾਮਪਲ ਲਈਏ ਤਾਂ ਜਿਸ ਤਰ੍ਹਾਂ ਯੂਰਪੀਅਨ ਦੇਸ਼ ਹੈ, ਯੂਰਪੀਅਨ ਸੰਘ ਹੈ, ਉਸ ਤਰ੍ਹਾਂ ਦਾ ਇੱਕ ਸੰਘ ਹੈ ਇਹ। ਔਰ ਸਾਡੀ ਕੌਨਸਟੀਟਿਊਸ਼ਨ ਵੀ ਇਹੀ ਕਹਿੰਦੀ ਹੈ ਵੀ ਇਹ ਸਟੇਟਸ ਦਾ ਇੱਕ ਮੁਲਕ ਬਣਿਆ ਹੋਇਆ। ਔਰ ਇਸ ਦੇ ਵਿੱਚ ਵੱਖ-ਵੱਖ ਕਿਸਮ ਦੀਆਂ ਸੱਭਿਅਤਾਵਾਂ ਆਉਣਗੀਆਂ, ਵੱਖ-ਵੱਖ ਕਿਸਮ ਦੇ ਲੋਕ ਹੋਣਗੇ। ਹੁਣ ਇੱਕ ਕਿਸਮ ਦੇ ਲੋਕ ਉਹ ਹੋਣਗੇ ਜਿਹੜੇ ਇੱਥੇ ਕਾਫੀ ਭਾਰੀ ਗਿਣਤੀ ਦੇ ਵਿੱਚ ਹੋਣਗੇ ਔਰ ਉਹ ਸਮਝਦੇ ਨੇ ਉਹਨਾਂ ਦੀ ਬਹੁਤ ਪੁਰਾਣੀ ਸੱਭਿਅਤਾ ਹੈ। ਉਹ ਕਹਿੰਦੇ ਆ ਕਿ 5000 ਸਾਲ ਪੁਰਾਣੀ ਹੈ, 5 ਲੱਖ ਸਾਲ ਪੁਰਾਣੀ, ਉਹ ਬੜੀ ਪੁਰਾਣੀ ਸੱਭਿਅਤਾ ਸਮਝਦੇ ਨੇ। ਉਸ ਦੇ ਕੋਈ ਅਸੂਲ ਹੋਣਗੇ ਜਿਨ੍ਹਾਂ ਦੇ ਵਿੱਚ ਸਾਰਿਆਂ ਨੂੰ ਗੁਲਾਮ ਬਣਾ ਕੇ ਰੱਖਣਾ ਇੱਕ ਅਸੂਲ ਹੈ ਔਰ ਇਸ ਦੇ ਉੱਤੇ ਉਹ ਨਿਰਭਰ ਕਰਦੇ ਨੇ। 5 ਸਦੀਆਂ ਪਿਛਲੀਆਂ 500 ਸਾਲ ਤਾਂ ਅਸੀਂ ਆਪ ਦੇਖਦੇ ਆਏ ਹਾਂ, ਲੇਕਿਨ ਉਸ ਤੋਂ ਪਹਿਲਾਂ 5000 ਸਾਲ ਤੋਂ ਇਹੀ ਆਚਰਣ ਚੱਲਿਆ ਆ ਰਿਹਾ ਹੈ। ਹੁਣ ਇਹ ਜਿਹੜਾ ਹੈ ਇਹ ਮਾਰੂ ਆਚਰਣ ਹੈ। ਇਸ ਦੇ ਨਾਲ ਤੁਸੀਂ ਲੋਕਾਂ ਨੂੰ ਇਕੱਠੇ ਨਹੀਂ ਰੱਖ ਸਕਦੇ। ਨਤੀਜਾ ਇਹ ਨਿਕਲਿਆ ਸੀ ਕਿ ਇਹ ਲੋਕ ਆਪਣੇ ਇਸ ਤਰ੍ਹਾਂ ਦੇ ਵਤੀਰੇ ਦੇ ਕਾਰਨ ਹਜ਼ਾਰਾਂ ਸਾਲ ਵਾਸਤੇ ਗੁਲਾਮ ਹੋ ਗਏ ਸਨ। ਸੋ ਗੁਰੂ ਨਾਨਕ ਪਾਤਸ਼ਾਹ ਦਾ ਇਹ ਹੈ ਪੁਰਾਤਨ ਸੱਭਿਅਤਾ, ਜਿਸ ਨੂੰ ਇਹ ਕਹਿੰਦੇ ਨੇ ਸਾਡੀ ਸਨਾਤਨ ਪੁਰਾਤਨ ਸੱਭਿਅਤਾ ਹੈ। ਹੁਣ ਪੁਰਾਤਨ ਸੱਭਿਅਤਾ ਜਿਸ ਵੇਲੇ ਪੈਦਾ ਹੋਈ ਹੈ, ਉਸ ਵੇਲੇ ਮਨੁੱਖੀ ਮਨ ਦਾ ਵਿਕਾਸ ਇੰਨਾ ਨਹੀਂ ਸੀ ਹੋਇਆ ਜਿੰਨਾ ਕਿ ਹੁਣ ਹੋ ਚੁੱਕਿਆ ਜਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਉੱਤੇ ਹੋਇਆ ਸੀਗਾ। ਔਰ ਕਿਉਂਕਿ ਇਹ ਜਿਹੜੀ ਸੱਭਿਅਤਾ ਹੈਗੀ, ਇਹਨਾਂ ਦੇ ਵਿੱਚ ਕਿਸੇ ਇੱਕ ਆਦਮੀ ਨੇ ਜਾਂ ਇੱਕ ਬੰਦੇ ਨੇ ਸੋਚ ਕੇ, ਕਿਸੇ ਫਿਲਾਸਫਰ ਨੇ ਆਪਣੇ ਵਿਚਾਰ ਨਹੀਂ ਦਿੱਤੇ। ਇਸ ਦੇ ਵਿੱਚ ਕਈ ਸਾਰੇ ਫਿਲਾਸਫਰਾਂ ਦੇ, ਕਈ ਸਾਰੇ ਲੋਕਾਂ ਦੇ ਕਈ ਵਿਚਾਰ ਹੋਣਗੇ ਔਰ ਉਹ ਵਿਚਾਰ 5000 ਸਾਲ ਤੁਰਦਿਆਂ ਆਪਣਾ ਅਸਲੀ ਰੂਪ ਗਵਾ ਚੁੱਕੇ ਨੇ ਔਰ ਹੁਣ ਉਹਨਾਂ ਦਾ ਸਿਰਫ ਉਹ ਫੋਕਾ ਪਿੰਜਰ ਰਹਿ ਗਿਆ ਜਿਸ ਨੂੰ ਇਹਨਾਂ ਨੇ ਕੱਸ ਕੇ ਫੜਿਆ ਹੋਇਆ। ਜਿਸ ਤਰ੍ਹਾਂ ਉਹ ਬਾਂਦਰੀ ਦਾ ਬੱਚਾ ਮਰ ਜਾਂਦਾ ਹੈ ਤੇ ਉਹ ਮਰੇ ਨੂੰ ਗਲ ਦੇ ਨਾਲ ਲਾਈ ਫਿਰਦੀ ਹੈ, ਇਸ ਤਰ੍ਹਾਂ ਦਾ ਤਕਰੀਬਨ ਹਾਲ ਹੋਇਆ ਪਿਆ ਹੈ। ਹੁਣ ਜਿਹੜੀਆਂ ਇਹਨਾਂ ਦੀਆਂ ਧਾਰਨਾਵਾਂ ਹੋਣਗੀਆਂ ਉਹ ਅੱਜ ਤਰਕ ਸੰਗਤ ਨਹੀਂ, ਅਸੰਗਤ ਹੋਣਗੀਆਂ। ਅੱਜ ਦੇ ਸਮਾਜ ਦੇ ਅਨੁਸਾਰ, ਇਹਨਾਂ ਦੀ ਆਪਣੀ ਕੌਨਸਟੀਟਿਊਸ਼ਨ ਦੇ ਅਨੁਸਾਰ ਨਹੀਂ ਆਉਣਗੀਆਂ। ਤਾਂ ਹੁਣ ਇਹਨਾਂ ਨੂੰ ਇਹ ਜਾਂ ਤਾਂ ਇਸ ਨੂੰ ਕੌਨਸਟੀਟਿਊਸ਼ਨ ਨੂੰ ਮੰਨਣ ਤੇ ਇਹਨਾਂ ਨੂੰ ਛੱਡ ਦੇਣ, ਜਾਂ ਫਿਰ ਇਹ ਉਹਨਾਂ ਨੂੰ ਲਾਗੂ ਕਰਨ, ਕੌਨਸਟੀਟਿਊਸ਼ਨ ਨੂੰ ਛੱਡ ਦੇਣ। ਤਾਂ ਇਹ ਸਾਰਾ ਦੁਵਿਧਾ ਦੇ ਵਿੱਚੋਂ ਇਹ ਨਿਕਲ ਨਹੀਂ ਪਾ ਰਹੇ। ਕਦੇ ਤਾਂ ਇਹ ਲਿਬਰਲ ਬਣ ਜਾਂਦੇ ਆ, ਕਦੇ ਲੁੱਕ ਕੇ ਵਾਰ ਕਰਦੇ ਆ, ਕਦੇ ਇਹ ਗੁੱਝਾ ਮੰਨਦੇ ਆ, ਕਦੇ ਸਿੱਧਾ ਮੰਨਦੇ ਆ। ਦੂਸਰੇ ਪਾਸੇ ਸਿੱਖ ਧਰਮ ਹੈ। ਸਿੱਖ ਧਰਮ ਪੈਦਾ ਹੋਇਆ ਹੈ ਪਰਮਾਤਮਾ ਦੀ ਮੌਜ ਦੇ ਵਿੱਚੋਂ। ਜੋ ਗੁਰੂ ਦੀ ਮਰਜ਼ੀ ਸੀ, ਪਰਮਾਤਮਾ ਦੀ ਮਰਜ਼ੀ ਸੀ, ਉਸ ਦੀ ਮਰਜ਼ੀ ਕੀ ਹੈ? ਉਸ ਦੀ ਮਰਜ਼ੀ ਇਹ ਹੈ ਕਿ ਸਾਰੇ ਆਦਮੀ ਬਰਾਬਰ ਹੋਣਗੇ ਔਰ ਸਾਰਿਆਂ ਨੂੰ ਤਰੱਕੀ ਕਰਨ ਦਾ, ਅਧਿਆਤਮਿਕ ਤੌਰ ਦੇ ਉੱਤੇ ਆਪਣਾ ਜੀਵਨ ਜਿਉਣ ਦਾ ਔਰ ਹਰ ਕਿਸਮ ਦੀ ਤਰੱਕੀ ਕਰਕੇ ਸੁਖੀ ਰਹਿਣ ਦਾ ਔਰ ਪਰਮਾਤਮਾ ਦਾ ਕਿਰਪਾ ਦੇ ਇੱਕੋ ਸਾਰ ਪਾਤਰ ਹੋਣ ਦਾ ਉਹਨਾਂ ਨੂੰ ਹੱਕ ਹੈ। ਦੂਸਰੇ ਪਾਸੇ ਜਿਹੜਾ ਹੈ ਇਹਨਾਂ ਦੇ ਵਿੱਚ ਦੁਵਿਧਾ ਹੈਗੀ ਕਿ ਜੀ ਕੁਝ ਲੋਕ ਪਰਮਾਤਮਾ ਦੇ ਖਾਸ ਚੁਣੇ ਹੋਏ ਆ ਜਿਹੜੇ
ਉਹਦੇ ਮੂੰਹ ਤੋਂ ਪੈਦਾ ਹੋਏ, ਬ੍ਰਹਮਾ ਦੇ ਮੂੰਹ ਤੋਂ ਪੈਦਾ ਹੋਏ। ਦੂਸਰੇ ਲੋਕ ਜਿਹੜੇ ਹਨਗੇ ਉਹ ਨੀਚ ਹਨਗੇ, ਹੇਚ ਹਨਗੇ, ਔਰ ਇਹਨਾਂ ਨੂੰ ਗੁਲਾਮ ਰਹਿਣਾ ਚਾਹੀਦਾ। ਸੋ ਇਹ ਕੌਨਫਲਿਕਟ ਹੈ। ਹੁਣ ਇਸ ਕੌਨਫਲਿਕਟ ਦੇ ਵਿੱਚ ਜ਼ਾਹਰ ਹੈ ਜਾਂ ਤਾਂ ਟਾਂਡਿਆਂ ਵਾਲੀ ਹੈ ਨਹੀਂ, ਤੇ ਜਾਂ ਫਿਰ ਇਹਨਾਂ ਦੀ ਜਿਹੜੀ ਦੂਸਰੀ ਹੈ ਉਹ ਹੈ ਨਹੀਂ, ਭਾਂਡਿਆਂ ਵਾਲੀ ਹੈ ਨਹੀਂ। ਜਾਂ ਤਾਂ ਭਾਂਡੇ ਗਏ ਜਾਂ ਟਾਂਡੇ ਗਏ। ਹੁਣ ਇਸ ਦੇ ਵਿੱਚ ਕੰਪਰੋਮਾਈਜ਼ ਨਹੀਂ ਹੈ ਕੋਈ। ਕੰਪਰੋਮਾਈਜ਼ ਇਹਦੇ ਵਿੱਚ ਇਹ ਹੈਗੀ ਕਿ ਇਹ ਲੋਕ ਇਹ ਕਹਿਣ ਕਿ ਆਹ ਤੁਹਾਡਾ ਸਟੇਟ ਹੈ, ਇਸ ਦੇ ਵਿੱਚ ਤੁਸੀਂ ਜੋ ਮਰਜ਼ੀ ਕਰੋ, ਲੇਕਿਨ ਸਾਡੇ ਵਿੱਚ ਤੁਸੀਂ ਦਖਲ ਨਾ ਦਿਓ, ਜਾਂ ਸਾਡਾ ਤੁਸੀਂ ਇਸ ਤਰ੍ਹਾਂ ਦਾ ਦਖਲ ਅੰਦਾਜ਼ੀ ਤੁਹਾਡੀ ਨਹੀਂ ਹੋਣੀ ਚਾਹੀਦੀ, ਜਿਹੜੀ ਕਿ ਸਾਡੀ ਹੈ ਨਹੀਂ। ਅਸੀਂ ਕਨਵਰਜਨ ਦੀ ਰਿਲੀਜਨ ਨਹੀਂ ਹਾਂ। ਦੂਸਰੇ ਧਰਮ ਇਸਲਾਮ, ਕ੍ਰਿਸਚੈਨਿਟੀ ਵਗੈਰਾ, ਉਹ ਆਪਣੇ ਧਰਮ ਦੇ ਵਿੱਚ ਲੋਕਾਂ ਨੂੰ ਲਿਆਉਣ ਦੇ ਵਿੱਚ ਇੰਟਰਸਟਿਡ ਹਨਗੇ। ਅਸੀਂ ਆਪਣਾ ਧਰਮ ਆਪਣੇ ਅਕੀਦੇ ਦੇ ਅਨੁਸਾਰ ਆਪ ਜਿਉਣਾ ਚਾਹੁੰਦੇ ਹਾਂ। ਅਸੀਂ ਕਿਸੇ ਨੂੰ ਨਹੀਂ ਕਹਿੰਦੇ ਕਿ ਜ਼ਰੂਰ ਤੁਸੀਂ ਸਾਡੇ ਧਰਮ ਦੇ ਵਿੱਚ ਆਓ, ਜਾਂ ਸਾਡਾ ਧਰਮ ਸਾਰਿਆਂ ਤੋਂ ਬਿਹਤਰ ਹੈ, ਜਾਂ ਤੁਸੀਂ ਇਸ ਦੇ ਵਿੱਚ ਆ ਕੇ ਸਿਰਫ ਮੁਕਤੀ ਪ੍ਰਾਪਤ ਕਰ ਸਕਦੇ ਹੋ। ਸਾਨੂੰ ਪਤਾ ਹੈ ਅਸੀਂ ਕੀ ਹਾਂ ਤੇ ਅਸੀਂ ਕਿਸ ਤਰ੍ਹਾਂ ਨਾਲ ਆਪਣੀ ਮੁਕਤੀ ਹਾਸਲ ਕਰਨੀ ਹੈ। ਲੇਕਿਨ ਅਸੀਂ ਦੂਸਰਿਆਂ ਨੂੰ ਪ੍ਰੇਰਨਾ ਦੇ ਕੇ ਇਸ ਦੇ ਵਿੱਚ ਲਿਆਉਣ ਦੇ ਵਿੱਚ ਯਕੀਨ ਨਹੀਂ ਰੱਖਦੇ। ਸਾਡਾ ਕਨਵਰਸ਼ਨ ਵਾਲਾ ਧਰਮ ਨਹੀਂ ਹੈ। ਤਾਂ ਸਾਨੂੰ ਤਾਂ ਬੜੀ ਸੰਤੁਸ਼ਟੀ ਹੈ। ਅਸੀਂ ਗੁਰੂਆਂ ਪੀਰਾਂ ਦੀ ਧਰਤੀ ਦੇ ਉੱਤੇ ਸਾਰਿਆਂ ਦੇ ਨਾਲ ਰਲ ਮਿਲ ਕੇ, ਮੁਸਲਮਾਨ ਇੱਥੇ ਰਹਿੰਦੇ ਨੇ, ਸਾਡੀ ਕੋਈ ਕੌਨਫਲਿਕਟ ਨਹੀਂ ਉਹਨਾਂ ਨਾਲ। ਇੱਥੇ ਹੋਰ ਲੋਕ ਰਹਿੰਦੇ ਨੇ, ਸਾਡੀ ਕੋਈ ਕੌਨਫਲਿਕਟ ਨਹੀਂ। ਸਦੀਆਂ ਤੋਂ ਰਹਿੰਦੇ ਆਏ ਨੇ, ਅਸੀਂ ਕਿਸੇ ਦੇ ਨਾਲ ਲੜਾਈ ਝਗੜਾ ਨਹੀਂ ਕੀਤਾ। ਹਿੰਦੂ ਇੱਥੇ ਰਹਿੰਦੇ ਨੇ, ਉਹਨਾਂ ਦੇ ਵਿੱਚ ਸਾਨੂੰ ਕੋਈ ਕੌਨਫਲਿਕਟ ਨਹੀਂ। ਲੇਕਿਨ ਇਹਨਾਂ ਨੂੰ ਇਤਰਾਜ਼ ਹੈ। ਇਹਨਾਂ ਨੂੰ ਇਤਰਾਜ਼ ਇਹ ਹੈ ਕਿ ਤੁਸੀਂ ਹੁਣ ਜਾਂ ਤਾਂ ਇਹ ਸਾਰਾ ਕੁਝ ਛੱਡ ਕੇ ਤੇ ਸਾਡੇ ਧਰਮ ਦੇ ਵਿੱਚ ਮੁੜ ਕੇ ਆਓ। ਜਿਸ ਤਰ੍ਹਾਂ ਗਾਂਧੀ ਕਹਿੰਦਾ ਸੀ ਕਿ ਤੁਸੀਂ ਕਿਧਰੇ ਹੀ ਚਲੇ ਜਾਓ, ਤੁਸੀਂ ਮੁਸਲਮਾਨ ਬਣ ਜਾਓ, ਸਿੱਖ ਬਣ ਜਾਓ, ਈਸਾਈ ਬਣ ਜਾਓ, ਲੇਕਿਨ ਤੁਸੀਂ ਰਹੋਗੇ ਸ਼ੂਦਰ ਹੀ। ਉਹ ਜਿਹੜਾ ਦਾਗ ਲੱਗਿਆ ਤੁਹਾਨੂੰ ਸ਼ੂਦਰ ਦਾ, ਉਹ ਤੁਹਾਡੇ ਮਗਰੋਂ ਨਹੀਂ ਲੈ ਸਕਦਾ, ਕਿਉਂਕਿ ਉਹ ਪ੍ਰਮਾਤਮਾ ਦੇ ਪੈਰਾਂ ਤੋਂ ਪੈਦਾ ਹੋਏ ਹੋ ਤੁਸੀਂ। ਇਸ ਕਿਸਮ ਦਾ ਲੌਜਿਕ ਦੇ ਆਧਾਰ ਦੇ ਉੱਤੇ ਉਹ ਇਹ ਗੱਲ ਕਹਿੰਦਾ ਹੈ। ਸੋ ਇਹ ਦੂਸਰਿਆਂ ਨੂੰ ਬਰਾਬਰੀ ਦੇ ਨਹੀਂ ਸਕਦੇ, ਔਰ ਇਹ ਕੌਨਫਲਿਕਟ ਹੈ। ਜੇ ਇਹ ਕਹਿਣ, ਜਾਂ ਫਿਰ ਦੂਸਰਾ ਆਲਟਰਨੇਟਿਵ ਇਹ ਹੋ ਸਕਦਾ ਹੈ, ਇਹ ਕਹਿਣ ਕਿ ਭਾਈ ਅਸੀਂ ਆਪਣੇ ਧਰਮ ਨੂੰ ਕਿਵੇਂ ਪ੍ਰੈਕਟਿਸ ਕਰਨਾ ਅਸੀਂ ਕਰਦੇ ਰਵਾਂਗੇ, ਲੇਕਿਨ ਕਨਸਟੀਟਿਊਸ਼ਨ ਦੇ ਅਨੁਸਾਰ ਜੋ ਸਾਰਿਆਂ ਨੇ ਇੱਕ ਮਿਨੀਮਮ ਪ੍ਰੋਗਰਾਮ ਬਣਾਇਆ, ਸਾਰੇ 50-60 ਸਟੇਟ ਜਿੰਨੇ ਵੀ ਹਿੰਦੁਸਤਾਨ ਦੇ ਵਿੱਚ ਸਨ, 565 ਤਾਂ 560 ਤਾਂ ਰਜਵਾੜਾ ਸ਼ਾਹੀ ਸਨ, ਰਾਜ ਸਨ, ਤੇ ਉਹ ਸਾਰੇ ਜਿਹੜੇ ਮਰਜ ਹੋਏ ਆ ਉਹਨਾਂ ਨੇ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਬਣਾਇਆ। ਉਹ ਕਾਮਨ ਮਿਨੀਮਮ ਪ੍ਰੋਗਰਾਮ ਹੈ ਕਨਸਟੀਟਿਊਸ਼ਨ। ਉਸ ਦੇ ਵਿੱਚ ਕੁਝ ਅਧਿਕਾਰ ਹਨਗੇ, ਕੁਝ ਓਬਲੀਗੇਸ਼ਨਸ ਹਨਗੇ, ਕੁਝ ਕਾਨੂੰਨ ਹਨਗੇ। ਇਹਨਾਂ ਸਾਰਿਆਂ ਨੂੰ ਆਪਾਂ ਮੰਨਦੇ ਰਹੀਏ। ਹੁਣ ਇਹ ਉਸ ਦੇ ਓਬਲੀਗੇਸ਼ਨ ਨੂੰ, ਕਾਨੂੰਨ ਜਿਹੜਾ ਇਹਨਾਂ ਨੇ ਅਡਾਪਟ ਕੀਤਾ ਹੈ, ਉਸ ਨੂੰ ਹੌਲੀ ਹੌਲੀ ਕਰਕੇ ਛੱਡਦੇ ਜਾ ਰਹੇ ਨੇ। ਅਮੈਂਡਮੈਂਟਸ ਕਰਕੇ ਉਸ ਨੂੰ ਪੇਤਲਾ ਕਰੀ ਜਾਂਦੇ ਨੇ। ਉਸ ਦਾ ਪ੍ਰਭਾਵ, ਉਸ ਦਾ ਅਸਰ ਉਹਨਾਂ ਨਹੀਂ ਰਹਿਣ ਦਿੰਦੇ। ਫਿਰ ਉਸ ਨੂੰ ਆਪਣੀ ਤਰਫ ਮੋੜ ਰਹੇ ਨੇ ਤਾਂ ਕਿ ਇਹਨਾਂ ਦੀ ਪ੍ਰਾਇਮੇਸੀ ਦਿਖਾਈ ਦੇਵੇ ਤੇ ਬਾਕੀ ਸਾਰੇ ਲੋਕ ਉਹਦੇ ਵਿੱਚ ਦਿਖਾਈ ਨਾ ਦੇਣ। ਹੁਣ ਇਹ ਇਸ ਕਿਸਮ ਦੇ ਝਗੜੇ ਹਨਗੇ। ਇਹਨਾਂ ਨੂੰ ਜੋ ਤੁਸੀਂ ਜਿਸ ਤਰ੍ਹਾਂ ਤੁਸੀਂ ਸੋਚ ਰਹੇ ਹੋ ਕਿ ਇਹ ਗੱਲਾਂ ਬਾਤਾਂ ਨਾਲ ਨਿਬੇੜਨ ਵਾਲੇ ਨਹੀਂ ਹਨ, ਇਹਨਾਂ ਦੇ ਬਾਰੇ ਵਿਆਪਕ ਬੜੀ ਡੂੰਘੀ ਬਹਿਸ ਹੋਣੀ ਚਾਹੀਦੀ ਹੈ ਔਰ ਓਪਨ ਹੋਣੀ ਚਾਹੀਦੀ ਹੈ। ਇਹਦੇ ਵਿੱਚ ਕੋਈ ਹਰਜ਼ ਨਹੀਂ ਕਿ ਤੁਸੀਂ ਆਪਣਾ ਜੋ ਧਰਮ ਮੰਨਣਾ ਚਾਹੋ ਮੰਨੋ। ਜੋ ਤੁਸੀਂ ਜੇ ਬ੍ਰਾਹਮਣ ਨੂੰ ਸ੍ਰੇਸ਼ਟ ਮੰਨਦੇ ਹੋ ਮੰਨੀ ਜਾਓ, ਬ੍ਰਾਹਮਣ ਨੂੰ ਭੂ ਦੇਵਤਾ ਮੰਨੀ ਜਾਓ, ਬ੍ਰਾਹਮਣ ਨੂੰ ਕੁਛ ਮੰਨੀ ਜਾਓ, ਸਾਨੂੰ ਕੋਈ ਪ੍ਰੋਬਲਮ ਨਹੀਂ। ਸਾਨੂੰ ਆਪਣੇ ਅਕੀਦੇ ਦੇ ਅਨੁਸਾਰ ਜਿਉਣ ਦਿਓ। ਇਸ ਦੇ ਉੱਤੇ ਕੰਪਰੋਮਾਈਜ਼ ਜਿੰਨੀ ਦੇਰ ਨਹੀਂ ਹੁੰਦੀ ਔਰ ਇਹ ਓਪਨ ਡਿਬੇਟ ਦੇ ਨਾਲ ਹੋਏਗੀ, ਆਪਣੇ ਲੋਕ ਵੀ ਸਮਝ ਨਹੀਂ ਰਹੇ। ਉਹ ਲੋਕ ਸਮਝ ਰਹੇ ਨੇ ਕਿ ਜੀ ਪਾਗਲ। ਜਿਵੇਂ ਹੁਣ ਕੱਲ ਪਰਸੋਂ ਇੱਕ ਔਰਤ ਉੱਥੇ ਚਲੀ ਗਈ ਦਰਬਾਰ, ਕਿਸੇ ਗੁਰਦੁਆਰੇ ਦੇ ਵਿੱਚ ਜਾ ਕੇ ਉਹਨੇ ਅੱਗ ਲਾਈ ਦਰਬਾਰ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਨੂੰ। ਔਰ ਇਸ ਤਰ੍ਹਾਂ ਅੱਜ ਇੱਕ ਬੰਦੇ ਦਾ ਖਬਰ ਆਈ ਹੈ ਵੀ ਉਸਨੇ ਗੁਰਦੁਆਰੇ ਦੀ ਭੰਨ ਤੋੜ ਕੀਤੀ। ਇਹ ਲੋਕ ਸਮਝਦੇ ਨੇ ਕਿ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਦੇ ਇਹਨਾਂ ਰਾਹੀਂ ਇਸ ਤਰ੍ਹਾਂ ਦੇ ਕਾਰਨਾਮੇ ਕਰਕੇ ਜਾਂ ਇਹ ਕਾਰਵਾਈਆਂ ਕਰਕੇ ਇਹਨਾਂ ਨੂੰ ਦਬਾ ਲਾਂਗੇ, ਇਹਨਾਂ ਨੂੰ ਆਪਣਾ ਧਰਮ ਛੱਡਣ ਵਾਸਤੇ ਮਜਬੂਰ ਕਰਾਂਗੇ। ਇਹਨਾਂ ਨੂੰ ਪਤਾ ਨਹੀਂ ਕਿ ਅਸੀਂ ਇਸ ਤੋਂ ਵੱਡੇ ਵੱਡੇ ਤਸੀਹੇ ਮੁਗਲਾਂ ਦੀ ਕੈਦ ਦੇ ਵਿੱਚ ਔਰ ਅਸੀਂ ਇਹਨਾਂ ਦੇ ਅਫਗਾਨਾਂ ਦੀ ਕੈਦ ਦੇ ਵਿੱਚ ਸਹਿ ਚੁੱਕੇ ਹਾਂ। ਤੇ ਸਾਡਾ ਜਿਹੜਾ ਯਕੀਨ ਹੈ ਉਹ ਇੰਨਾ ਕੱਚਾ ਨਹੀਂ ਹੈ ਕਿ ਇੱਕਦਮ ਤੁਹਾਡੇ ਡਰਾਮਿਆਂ ਦੇ ਨਾਲ ਬਦਲ ਜਾਏਗਾ।
ਸੋ ਇਹਨਾਂ ਦੇ ਇਹ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਇਹ ਆਪਣਾ ਐਨਮੀ ਨੰਬਰ 1 ਸਮਝਦੇ ਨੇ ਔਰ ਉਸ ਨੂੰ ਖਤਮ ਕਰਨ ਦੇ ਉੱਤੇ ਤੁਲੇ ਹੋਏ ਨੇ। ਔਰ ਇਹਨਾਂ ਨੂੰ ਇਹ ਇੱਕ ਕਰੂਰ ਤਰੀਕਾ ਲੱਭਿਆ ਕਿ ਜਾ ਕੇ ਥਾਂ ਥਾਂ ਦੇ ਉੱਤੇ ਬੇਦਬੀ ਕਰੋ ਔਰ ਲੋਕਾਂ ਨੂੰ ਹਰਾਸ ਕਰੋ, ਇਹਨਾਂ ਨੂੰ ਬੇਦਲ ਕਰੋ ਸਿੱਖਾਂ ਨੂੰ, ਤੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਇਹ ਸਮਝਣ ਵੀ ਸਾਡੇ ਧਰਮ ਦੇ ਬਰਖਲਾਫ ਹੈ, ਇਸ ਨੂੰ ਨੇਸਤੋ ਨਬੂਦ ਕਰ ਦਿਓ। ਇਹ ਹੈ ਮਸਲਾ ਜੀ। ਗੁਰਤੇਜ ਸਿੰਘ, ਤੁਸੀਂ ਬੜੇ ਵਿਸਥਾਰ ਨਾਲ ਦੱਸਿਆ ਕਿ ਇੱਕ ਪੱਖ ਮੈਂ ਸਮਝਦਾ ਕਿ ਇਹ ਆ, ਪਰ ਦੂਜਾ ਪੱਖ ਜਦੋਂ ਆਪਾਂ ਦੇਖਦੇ ਆ ਪੰਜਾਬ ਦੇ ਸੰਦਰਭ ਦੇ ਵਿੱਚ, ਸਿਆਸਤ ਨੂੰ ਜਦੋਂ ਆਪਾਂ ਵਿੱਚ ਰੱਖੀਏ, ਤਾਂ ਪੰਥਕ ਸਰਕਾਰ ਹੋਣ ਦੇ ਬਾਵਜੂਦ, ਪੰਜਾਬ ਦੇ ਵਿੱਚ ਸਿੱਖਾਂ ਦੀ ਬਹੁਤ ਗਿਣਤੀ ਹੋਣ ਦੇ ਬਾਵਜੂਦ, ਗੁਰਦੁਆਰਿਆਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਪ੍ਰਬੰਧ ਹੋਣ ਦੇ ਬਾਵਜੂਦ, ਅਕਾਲੀ ਦਲ ਬਾਦਲ ਹੋਣਾ ਦੀ ਸਰਕਾਰ ਦੇ ਕਾਰਜਕਾਲ ਦੇ ਵਿੱਚ ਬੇਅਦਬੀਆਂ, ਜਾਂ ਉਸ ਤੋਂ ਪਹਿਲਾਂ ਜਿਵੇਂ ਨਕੋਦਰ ਵਾਲੀ ਘਟਨਾ ਵਾਪਰੀ ਉਦੋਂ ਵੀ ਇਹੀ ਕੁਝ ਹੋਇਆ। ਪੰਥਕ ਸਰਕਾਰਾਂ, ਜੇ ਅਸੀਂ ਕੈਪਟਨ ਸਰਕਾਰ ਵੱਲ ਦੇਖਦੇ ਹਾਂ ਤਾਂ ਮੁੱਖ ਮੰਤਰੀ ਸਾਹਿਬ ਆਪ ਇੱਕ ਸਿੱਖ ਨੇ, ਇਸ ਦੇ ਬਾਵਜੂਦ ਵੀ ਬੇਅਦਬੀ ਮਸਲਿਆਂ ਦੇ ਉੱਤੇ, ਜਿਵੇਂ ਬਾਦਲ ਸਾਹਿਬ ਕਹਿੰਦੇ ਹੁੰਦੇ ਸੀ ਕਿ ਮੈਨੂੰ ਤਾਂ ਸੜਕ ਤੇ ਤੁਰੀ ਜਾਂਦੀ ਕੀੜੀ ਵੀ ਨਜ਼ਰ ਆਉਂਦੀ ਹੈ, ਤਾਂ ਅਸਲ ਮੁਲਜ਼ਮ ਜਾਂ ਕਹਿ ਲਓ ਕਿ ਇਹ ਮਸਲਿਆਂ ਦੇ ਪਿੱਛੇ ਦੀ ਸਾਜ਼ਿਸ਼ ਜਿਹੜੀ ਹੈ ਉਹ ਕਿਉਂ ਨਹੀਂ ਬੇਨਕਾਬ ਹੁੰਦੀ? ਕਿਉਂ ਅਦਾਲਤਾਂ ਤੱਕ ਪਹੁੰਚਦੇ ਆ ਜਾਂ ਤਾਂ ਰਾਹ ਚੋਂ ਮੁੜ ਆਉਂਦੀ ਹੈ, ਜਾਂ ਫਿਰ ਅਦਾਲਤ ਦੇ ਵਿੱਚੋਂ ਅੰਦਰੋਂ ਜਿਹੜੇ ਉਹ ਫੈਸਲੇ ਇਹੋ ਜਿਹੇ ਹੋ ਜਾਂਦੇ ਨੇ ਕਿ ਬੈਕਫੁੱਟ ਤੇ ਦੁਆਰਾ ਫਿਰ ਗੇਮ ਉੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਜਿੱਥੋਂ ਸ਼ੁਰੂ ਪਹਿਲਾਂ ਕੀਤੀ ਜਾਂਦੀ ਹੈ, ਜਿੱਥੋਂ ਜਾਂਚ ਸ਼ੁਰੂ ਹੁੰਦੀ ਹੈ ਫਿਰ ਉੱਥੋਂ ਫੇਰ ਸ਼ੁਰੂ ਹੋ ਜਾਂਦੀ ਹੈ। ਇਹ ਤੁਹਾਡਾ ਸਵਾਲ ਬਹੁਤ ਵਾਜਬ ਹੈ, ਵਧੀਆ ਸਵਾਲ ਹੈ। ਹੁਣ ਗੱਲ ਇਹ ਹੈਗੀ ਕਿ ਤੁਸੀਂ ਇਹਨਾਂ ਨੂੰ ਪੰਥਕ ਕਹਿ ਰਹੇ ਹੋ, ਉਹ ਆਪਣੇ ਆਪ ਨੂੰ ਪੰਥਕ ਕਹਿ ਰਹੇ ਨੇ, ਉਹ ਪੰਥਕ ਹਨ ਵੀ ਕਿ ਨਹੀਂ ਹਨ? ਉਹ ਆਪਣੇ ਆਪ ਨੂੰ ਸਿੱਖ ਹੋਣ ਦਾ ਅਮਰਿੰਦਰ ਵਰਗੇ ਦਾਵਾ ਕਰ ਰਹੇ ਨੇ, ਸਿੱਖ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਹ ਸਿੱਖ ਹਨਗੇ ਵੀ ਕਿ ਨਹੀਂ ਹਨਗੇ, ਇਸ ਦੇ ਬਾਰੇ ਸ਼ੱਕ ਹੈ। ਜੇ ਤੁਸੀਂ ਫਰਜ਼ ਕਰੋ ਕਿ ਇਹ ਸਿੱਖ ਹੋਣ ਹੀ ਨਾ ਔਰ ਇਹਨਾਂ ਨੂੰ ਇਸ ਗੱਲ ਦੀ ਪਰਵਾਹ ਹੀ ਨਾ ਹੋਵੇ ਕਿ ਜੀ ਇਹ ਕੀ ਹੁੰਦਾ ਹੈ, ਤਾਂ ਫਿਰ ਇਹਨਾਂ ਵਾਸਤੇ ਕੋਈ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਨਾ ਪੰਜਾਬ ਤੇ ਨਾ ਸਿੱਖ, ਕੋਈ ਵੈਲਿਊ ਨਹੀਂ ਇਹਨਾਂ ਵਾਸਤੇ। ਤਾਂ ਹੁਣ ਇਹਨਾਂ ਦਾ ਮਸਲਾ ਕੀ ਹੈ? ਇਹਨਾਂ ਦਾ ਮਸਲਾ ਦਰਅਸਲ ਇਹ ਹੈ, ਇਹ ਵੀ ਬੜਾ ਪੁਰਾਣਾ ਮਸਲਾ ਹੈ, ਸੰਸਾਰ ਦੇ ਵਿੱਚ ਬਹੁਤ ਦੇਰ ਤੋਂ ਚੱਲਿਆ ਆ ਰਿਹਾ ਹੈ। ਤੁਸੀਂ ਮੈਕੈਵਲੀ ਦਾ ਪ੍ਰਿੰਸ ਦੇਖੋਗੇ ਤਾਂ ਉਹਦੇ ਵਿੱਚ ਉਹ ਕਹਿੰਦਾ ਹੈ ਕਿ ਜੇ ਪ੍ਰਿੰਸ ਨੇ, ਮਤਲਬ ਕਿ ਸੈਂਟਰਲ ਅਥਾਰਟੀ ਨੇ ਬਾਕੀ ਦੇ ਪ੍ਰਦੇਸ਼ਾਂ ਦੇ ਉੱਤੇ ਕਬਜ਼ਾ ਕਰਨਾ ਹੋਵੇ ਤਾਂ ਉਸ ਨੂੰ ਚਾਹੀਦਾ ਹੈ ਕਿ ਉੱਥੇ ਆਪਣੇ ਅਨਸਾਰੀ ਲੋਕਾਂ ਨੂੰ ਰਾਜਗੱਦੀ ਦੇ ਉੱਤੇ ਬਿਠਾਵੇ। ਇਹਨਾਂ ਦੇ ਹੱਥ ਦੇ ਵਿੱਚ ਇੱਕ ਤਾਂ ਮੈਜੋਰਿਟੀ ਹੈ, ਜੋ ਇਹ ਮੈਜੋਰਿਟੀ ਵੈਸੇ ਹੈ ਨਹੀਂ ਲੇਕਿਨ ਇਹ ਬਣਾ ਲੈਂਦੇ ਨੇ ਕਿ ਜੀ ਆਹ ਵੀ ਹਿੰਦੂ ਆ, ਉਹ ਵੀ ਹਿੰਦੂ ਆ, ਸਾਰਿਆਂ ਨੂੰ ਮਿਲਾ ਕੇ। ਹੁਣ ਉਹ ਦਲਿਤ ਕਹੀ ਜਾਂਦੇ ਨੇ ਅਸੀਂ ਹਿੰਦੂ ਨਹੀਂ ਹਾਂ, ਜਿਹੜੇ ਵਣਵਾਸੀ ਹਨਗੇ ਜਾਂ ਮੂਲ ਨਿਵਾਸੀ ਹਨਗੇ ਉੱਥੋਂ ਦੇ ਝਾਰਖੰਡ ਵਗੈਰਾ ਦੇ, ਉਹ ਕਹੀ ਜਾਂਦੇ ਅਸੀਂ ਹਿੰਦੂ ਨਹੀਂ ਹਾਂ, ਲੇਕਿਨ ਇਹ ਜ਼ਬਰਦਸਤੀ ਉਹਨਾਂ ਨੂੰ ਹਿੰਦੂਆਂ ਦੀ ਗਿਣਤੀ ਦੇ ਵਿੱਚ ਪਾ ਕੇ ਇੱਕ ਬਹੁ ਗਿਣਤੀ ਬਣਾ ਲੈਂਦੇ ਨੇ। ਔਰ ਫਿਰ ਉਸ ਬਹੁ ਗਿਣਤੀ ਨੂੰ ਸਪੋਰਟ ਕਰਨ ਵਾਸਤੇ ਇਹਨਾਂ ਨੇ ਇੱਕ ਰੱਖਿਆ ਹੋਇਆ ਹੈ, ਇਹ ਜਿਹੜਾ ਮੀਡੀਆ ਹੈ, ਸੋਸ਼ਲ ਜਿਹੜਾ ਮੀਡੀਆ ਇਹਨਾਂ ਦਾ ਮੇਨ ਸਟ੍ਰੀਮ ਮੀਡੀਆ ਜਿਸ ਨੂੰ ਕਹਿੰਦੇ ਨੇ, ਉਸ ਨੂੰ ਲੱਖਾਂ ਹਜ਼ਾਰਾਂ ਕਰੋੜਾਂ ਰੁਪਏ ਦੇ ਕੇ ਉਸ ਨੂੰ ਆਪਣੀ ਮੁੱਠ ਦੇ ਵਿੱਚ ਰੱਖਦੇ ਨੇ, ਉਸ ਦੇ ਕੋਲੋਂ ਪ੍ਰਚਾਰ ਕਰਵਾਉਂਦੇ ਨੇ। ਇਸ ਦੇ ਵਿੱਚ ਇਹਨਾਂ ਨੇ ਕੀ ਕੀਤਾ ਹੈ ਕਿ ਇਹਨਾਂ ਨੂੰ ਪੰਥਕ ਸਰਕਾਰਾਂ ਪ੍ਰਚਾਰਦੇ ਨੇ, ਜਿਨ੍ਹਾਂ ਦਾ ਕੋਈ ਪੰਥ ਦੇ ਨਾਲ ਵਾਹ ਵਾਸਤਾ ਨਹੀਂ ਹੁੰਦਾ, ਜਿਨ੍ਹਾਂ ਨੇ ਪੰਥ ਦਾ ਕਦੇ ਮੂੰਹ ਨਹੀਂ ਦੇਖਿਆ ਹੁੰਦਾ, ਔਰ ਉਹਨਾਂ ਲੋਕਾਂ ਨੂੰ ਹਾਈ ਪ੍ਰੀਸਟ ਪ੍ਰਚਾਰਦੇ ਨੇ ਜਿਹੜੇ ਇਹਨਾਂ ਦੇ ਅਨੁਸਾਰ ਲੋਕਾਂ ਨੂੰ, ਇੱਥੋਂ ਦੇ ਲੋਕਾਂ ਨੂੰ ਦਬਾ ਕੇ, ਇਹਨਾਂ ਨੂੰ ਬੰਨ੍ਹ ਕੇ ਤੇ ਇਹਨਾਂ ਦੇ ਸਾਹਮਣੇ ਹਾਜ਼ਰ ਕਰਦੇ ਨੇ ਜੇ ਇਹ ਆ ਗਏ ਜੀ ਤੁਹਾਡੇ ਗੁਲਾਮ ਆ ਅਸੀਂ। ਤਾਂ ਇਹਨਾਂ ਨੇ ਇੰਟਰਮੀਡੀਏਰੀ ਦੇ ਤੌਰ ਦੇ ਉੱਤੇ ਇਹਨਾਂ ਲੋਕਾਂ ਨੂੰ ਰੱਖਿਆ ਹੋਇਆ। ਸਾਡੇ ਕੋਈ ਅਸਲੀ ਨੁਮਾਇੰਦੇ ਤਾਂ ਕਦੇ ਇੱਥੇ ਪਾਵਰ ਦੇ ਵਿੱਚ ਆਏ ਨਹੀਂ, ਬਰੀਫਲੀ 2 ਵਾਰੀ ਆਏ ਨੇ 1947 ਤੋਂ ਬਾਅਦ, ਬਰੀਫਲੀ ਥੋੜੇ ਜਿਹੇ ਸਮੇਂ ਵਾਸਤੇ 2 ਵਾਰੀ ਆਏ ਨੇ। ਇੱਕ ਤਾਂ ਪੰਜਾਬੀ ਸੂਬਾ ਬਣਦਿਆਂ ਸਾਰ ਸਰਦਾਰ ਗੁਰਨਾਮ ਸਿੰਘ ਬਣੇ ਸੀਗੇ, ਉਹ ਸਪੌਂਟੇਨੀਅਸਲੀ ਬਣੇ ਸੀ, ਲੇਕਿਨ ਉਹਨਾਂ ਨੂੰ ਇੱਕਦਮ ਫੇਰ ਢਾਹ ਢੂ ਕੇ ਤੇ ਅਗਲੀ ਵਾਰੀ ਉਹਨਾਂ ਦੇ ਨਾਲ ਸਹਿਮਤੀ ਕਰਵਾ ਕੇ ਤੇ ਉਹਨਾਂ ਨੂੰ ਉਸ ਵੇਲੇ ਗੱਦੀ ਤੇ ਬਿਠਾਇਆ ਜਦੋਂ ਉਹ ਆਪਣਾ ਇਹ ਦਾਅਵਾ ਛੱਡ ਚੁੱਕੇ ਸਨ। ਦੂਸਰਾ ਬੰਦਾ ਆਇਆ ਸੀ ਤੇ ਜਿਹੜਾ ਲక్ష్మణ ਸਿੰਘ ਗਿੱਲ ਸੀਗਾ। ਲక్ష్మణ ਸਿੰਘ ਗਿੱਲ ਤੋਂ ਬਾਅਦ ਔਰ 1947 ਤੋਂ ਬਾਅਦ, ਉਸ ਤੋਂ ਪਹਿਲਾਂ ਵੀ ਜਿਹੜੇ ਪ੍ਰਤਾਪ ਸਿੰਘ ਕੈਰੋਂ ਵਗੈਰਾ ਤੇ ਹੋਰ ਸਾਰਿਆਂ ਦੀ ਗੱਲਾਂ ਕਰਦੇ ਨੇ, ਇਹ ਸਾਰੇ ਦੇ ਸਾਰੇ ਇਹਨਾਂ ਦੇ ਹੱਥ ਚੋਕੇ ਸਨ। ਲక్ష్మణ ਸਿੰਘ ਗਿੱਲ ਤੋਂ ਬਾਅਦ ਦੇ ਜਿੰਨੇ ਬੰਦੇ ਆਏ ਨੇ ਉਹ ਸਾਰੇ ਹੱਥ ਚੋਕੇ ਨੇ। ਹੁਣ ਤੁਸੀਂ ਦੇਖੋ
ਜਦੋਂ ਆਪਾਂ ਪੰਜਾਬੀ ਸੂਬਾ ਬਣਿਆ 1966 ਦੇ ਵਿੱਚ, ਉਸ ਵੇਲੇ ਤੋਂ ਅਸੀਂ ਪਹਿਲਾਂ ਦੀ ਦੇਖੀਏ ਜਿਹੜੀਆਂ ਕੋਈ ਮਾੜੀਆਂ ਮੋਟੀਆਂ ਸਰਕਾਰਾਂ ਬਣੀਆਂ ਇਹਨਾਂ ਦੀਆਂ ਅਕਾਲੀਆਂ ਦੀਆਂ 1966 ਤੋਂ ਬਾਅਦ ਜਿਹੜੀਆਂ ਸਰਕਾਰਾਂ ਬਣੀਆਂ ਉਹ ਪੂਰਾ ਸਮਾਂ ਚੱਲ ਨਹੀਂ ਸਕੀਆਂ। ਜਿੰਨਾ ਵੀ ਸਮਾਂ ਉਹਨਾਂ ਨੂੰ ਅਲਾਟ ਕੀਤਾ ਜਾਂਦਾ ਸੀ ਉਹਦੇ ਵਿੱਚ ਉਨਾ ਹੀ ਸਮਾਂ ਗਵਰਨਰ ਨੇ ਰਾਜ ਕੀਤਾ ਜਿੰਨਾ ਇਹਨਾਂ ਨੇ ਕੀਤਾ। ਤੇ ਜਿਹੜੀਆਂ ਕਾਂਗਰਸ ਦੀਆਂ ਸਰਕਾਰਾਂ ਬਣੀਆਂ ਉਹ ਪੂਰੇ ਆਪਣੇ 5 ਸਾਲ ਪੂਰੇ ਕਰਕੇ ਖਤਮ ਹੋਈਆਂ। ਤਾਂ ਇਹਨਾਂ ਨੂੰ ਇਹ ਸਿਗਨਲ ਦਿੱਤਾ ਗਿਆ ਕਿ ਤੁਹਾਨੂੰ ਰਾਜ ਕਰਨ ਦਾ ਅਧਿਕਾਰ ਨਹੀਂ ਹੈ, ਤੁਸੀਂ ਸ਼ੂਦਰ ਲੋਕ ਹੋ, ਤੁਸੀਂ ਰਾਜ ਨਹੀਂ ਕਰ ਸਕਦੇ। ਜੇ ਰਾਜ ਕਰਨਾ ਹੈ ਤਾਂ ਤੁਹਾਨੂੰ ਸਾਡੀ ਈਨ ਮੰਨ ਕੇ ਰਾਜ ਕਰਨਾ ਪਏਗਾ। ਔਰ ਜਿਸ ਤਰ੍ਹਾਂ ਤੁਸੀਂ ਦੇਖੋ, ਸ਼ਿਵਾਜੀ ਤਾਂ ਬਹੁਤ ਵੱਡੇ ਬੰਦੇ ਸੀਗੇ ਜਿਨ੍ਹਾਂ ਨੇ ਤਲਵਾਰ ਦੇ ਨਾਲ ਸਾਰਾ ਆਪਣਾ ਮਰਾਠਵਾੜੇ ਦੇ ਉੱਤੇ ਕਬਜ਼ਾ ਕੀਤਾ ਸੀ ਔਰ ਔਰੰਗਜ਼ੇਬ ਦੀਆਂ ਫੌਜਾਂ ਨੂੰ ਡਰਾ ਕੇ ਧਮਕਾ ਕੇ ਜਾਂ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਅਨੁਸਾਰ ਕਰ ਲਿਆ ਸੀਗਾ, ਉੱਥੇ ਰਾਜ ਕੀਤਾ ਸੀਗਾ। ਲੇਕਿਨ ਉਸ ਨੂੰ ਉਸ ਵੇਲੇ ਤੱਕ ਰਾਜ ਦਾ ਤਿਲਕ ਨਹੀਂ ਦਿੱਤਾ ਗਿਆ ਜਦੋਂ ਤੱਕ ਉਸਨੇ ਇਹ ਨਹੀਂ ਮੰਨ ਲਿਆ ਕਿ ਮੈਂ ਬ੍ਰਾਹਮਣ ਨੂੰ ਆਪਣਾ ਰਾਜ ਅਰਪਿਤ ਕਰਦਾ ਔਰ ਇਸ ਕੋਲੋਂ ਫਿਰ ਵਾਪਸ ਲੈਣ, ਇਹ ਅਧਿਕਾਰ ਵਾਪਸ ਲੈਣਾ ਇੱਥੇ ਲੋਕਾਂ ਨੂੰ ਗਵਰਨ ਕਰਨ ਦਾ। ਇਹ ਸੀ ਮਸਲਾ ਉਹਨਾਂ ਦਾ। ਤਾਂ ਇਹ ਮਸਲਾ ਇਹਨਾਂ ਦਾ ਅੱਜ ਵੀ ਹੈਗਾ। ਇਹ ਕਹਿੰਦੇ ਤੁਸੀਂ ਰਾਜ ਕਰ ਸਕਦੇ ਹੋ ਲੇਕਿਨ ਸਾਡੇ ਅਧੀਨ ਰਾਜ ਕਰ ਸਕਦੇ ਹੋ, ਯਾਨੀ ਅਸਲ ਦੇ ਵਿੱਚ ਰਾਜੇ ਅਸੀਂ ਹਾਂ। ਸੋ ਇਹ ਜਿਹੜੀ ਕੌਨਫਲਿਕਟ ਹੈ ਉਸ ਦੇ ਵਿੱਚ ਇਹ ਕਿਸੇ ਨੂੰ ਵੀ ਕੰਨੋਂ ਫੜ ਕੇ 1 ਮਿੰਟ ਦੇ ਵਿੱਚ ਬਾਹਰ ਕੱਢ ਸਕਦੇ ਹੈ ਔਰ ਕੋਈ ਇਸ ਦੇ ਵਿੱਚ ਗੁਜ਼ਰ ਨਹੀਂ ਕਰ ਸਕਦਾ ਕਿਉਂਕਿ ਮੀਡੀਆ ਇਹਨਾਂ ਦੇ ਹੱਥ ਦੇ ਵਿੱਚ ਹੈ। ਇਹਨਾਂ ਨੇ ਪ੍ਰੋਪੇਗੈਂਡਾ ਕਰ ਦੇਣਾ ਜੀ ਉੱਥੇ ਤਾਂ ਜੀ ਉਹਨੇ ਜਿਵੇਂ ਸੰਤ ਜਰਨੈਲ ਸਿੰਘ ਦੇ ਬਰਖਲਾਫ ਕੀਤਾ ਸੀ, ਉਹਨਾਂ ਨੇ ਜੀ ਟੈਂਕ ਬੁਲਾ ਲਏ, ਪਾਕਿਸਤਾਨ ਨਾਲ ਸਮਝੌਤਾ ਕਰ ਲਿਆ, ਬਾਹਰਲੇ ਮੁਲਕ ਉਹਨਾਂ ਦੀ ਮਦਦ ਕਰ ਰਹੇ ਆ, ਇਹਦਾ ਦੇਸ਼ ਨੂੰ ਤੋੜ ਦੇਣਗੇ, ਇਹ ਤਾਂ ਤਬਾਹ ਕਰ ਦੇਣਗੇ। ਮਾਸਟਰ ਤਾਰਾ ਸਿੰਘ ਨਨਕਾਣਾ ਸਾਹਿਬ ਮੱਥਾ ਟੇਕਣ ਚਲੇ ਗਏ ਤਾਂ ਕਹਿੰਦੇ ਜੀ ਪਾਕਿਸਤਾਨ ਨਾਲ ਸਾਜ਼ਿਸ਼ ਕਰਕੇ ਆਏ ਆ। ਆ ਦਰਬਾਰਾ ਸਿੰਘ ਹੀ ਸਭ ਤੋਂ ਵੱਧ ਰੌਲਾ ਪਾ ਰਿਹਾ ਸੀ। ਔਰ ਇਹੋ ਜਿਹੇ ਲੋਕ ਹੀ ਇੱਥੇ ਮੁੱਖ ਮੰਤਰੀ ਬਣ ਸਕਦੇ ਆ। ਸੋ ਜਿਹੜੇ ਮੁੱਖ ਮੰਤਰੀ ਬਣ ਰਹੇ ਨੇ, ਚਾਹੇ ਤੁਸੀਂ ਅਕਾਲੀਆਂ ਦਾ ਬਾਦਲ ਦਾ ਨਾਂ ਲਿਆ, ਅਮਰਿੰਦਰ ਦਾ ਨਾਂ ਲਿਆ, ਚਾਹੇ ਕਾਂਗਰਸ ਦੇ ਹਨਗੇ ਚਾਹੇ ਅਕਾਲੀਆਂ ਦੇ ਹਨਗੇ, ਇਹ ਇਹਨਾਂ ਦੀ ਈਨ ਮੰਨ ਕੇ ਇਹਨਾਂ ਦੇ ਅਨੁਸਾਰ ਸਟੇਟ ਨੂੰ ਚਲਾਉਣ ਦਾ ਅਹਿਦ ਲੈ ਕੇ ਇਹ ਮੁੱਖ ਮੰਤਰੀ ਬਣਦੇ ਨੇ ਔਰ ਇਹ ਉਹਨਾਂ ਦੀ ਜਿਹੜੀ ਇੱਕ ਪਾਲਿਸੀ ਹੁੰਦੀ ਹੈ ਉਸ ਨੂੰ ਲਾਗੂ ਕਰਦੇ ਨੇ। ਇਹ ਉਹਨਾਂ ਦੀ ਪਾਲਿਸੀ ਸੀ ਕਿ ਪੰਜਾਬ ਦੇ ਵਿੱਚ ਵੱਖੋ ਵੱਖਰੇ ਜਿਨ੍ਹਾਂ ਨੂੰ ਇਹ ਡੇਰੇ ਆਦਿ ਪੈਦਾ ਕੀਤੇ ਜਾਣ ਤਾਂ ਕਿ ਉਹ ਸਿੱਖੀ ਦੀ ਜਿਹੜੀ ਕੋਰ ਹੈ, ਜਿਹੜੇ ਸਿੱਖੀ ਦੇ ਅਸਲ ਅਸੂਲ ਹਨਗੇ, ਉਹਨਾਂ ਨੂੰ ਮੰਨਣ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਘਟਦੀ ਜਾਵੇ ਔਰ ਘਟ ਕੇ ਇੰਨੀ ਘਟ ਜਾਵੇ ਕਿ ਉਹ ਕਿਸੇ ਦੇ ਉੱਤੇ ਅਸਰ ਅੰਦਾਜ਼ ਨਾ ਹੋ ਸਕੇ। ਇਸ ਦੇ ਵਿੱਚ ਹੱਥ ਟੋਕ ਕੇ ਜਿਹੜੇ ਬਣਦੇ ਨੇ ਇਹਨਾਂ ਦੇ, ਉਹਨਾਂ ਲੋਕਾਂ ਨੂੰ ਬਣਾਇਆ ਜਾਂਦਾ ਹੈ ਮੁੱਖ ਮੰਤਰੀ ਔਰ ਉਹ ਕਦੇ ਵੀ ਇਹਨਾਂ ਤੋਂ ਬਾਹਰ ਜਾ ਕੇ ਇਸ ਦੀ ਪੜਤਾਲ ਨਹੀਂ ਕਰਨਗੇ। ਹੁਣ ਇਹ ਜੇ ਪੜਤਾਲਾਂ ਤੇ ਹੀ ਗੱਲ ਸਾਰੀ ਨਿਬੜਦੀ ਹੋਵੇ ਤਾਂ ਜਿਹੜੀ ਉਹ ਜ਼ੋਰਾ ਸਿੰਘ ਨੇ ਪੜਤਾਲ ਕੀਤੀ ਸੀ ਨਕੋਦਰ ਕਾਂਡ ਦੀ, ਉਹ ਕਿਹੜਾ ਘੱਟ ਪੜਤਾਲ ਸੀਗੀ, ਉਹ ਬਿਲਕੁਲ ਠੀਕ ਸੀ। ਉਸ ਦੇ ਵਿੱਚ ਸਾਰੇ ਉਹਨਾਂ ਨੇ ਰਿਪੋਰਟਾਂ ਦਿੱਤੀਆਂ ਸੀਗੀਆਂ। ਇਹਨਾਂ ਨੇ ਰਿਪੋਰਟ ਹੀ ਉਹ ਗਾਇਬ ਕਰਤੀ। ਅਸੈਂਬਲੀ ਦੇ ਵਿੱਚ ਉਹ ਰਿਕਾਰਡ ਦੇ ਉੱਤੇ, ਪਰਮਾਨੈਂਟ ਰਿਕਾਰਡ ਦੇ ਉੱਤੇ ਹੋਣੀ ਚਾਹੀਦੀ ਹੈ ਲੇਕਿਨ ਗਾਇਬ ਕਰਤੀ। ਔਰ ਫਿਰ ਉਸ ਦੇ ਵਿੱਚ ਜਿਹੜੇ ਮੁੱਖ ਦੋਸ਼ੀ ਸਨ ਉਹਨਾਂ ਨੂੰ ਆਪਣੇ ਗਲ ਨਾਲ ਲੜਾਇਆ, ਇੱਕ ਨੂੰ MP ਬਣਾਉਣ ਦੀ ਕੋਸ਼ਿਸ਼ ਕੀਤੀ, ਇੱਕ ਨੂੰ ਮੁੱਖ ਸਕੱਤਰ ਰੱਖਿਆ, ਇੱਕ ਨੂੰ ਹੋਰ ਇੱਕ ਉਸਦੀ ਵਾਈਫ ਨੂੰ ਵੀ ਨਵਾਜਿਆ ਔਰ ਉਹ ਜਿਹੜੇ ਸੀਗੇ ਵਕਫ ਬੋਰਡ ਦਾ ਚੇਅਰਮੈਨ ਵਗੈਰਾ। ਯਾਨੀ ਕਿ ਇਹ ਲੋਕ ਉਹਨਾਂ ਨੂੰ ਭਰੋਸਾ ਦਵਾ ਰਹੇ ਨੇ ਕਿ ਜਿਹੜੇ ਸਿੱਖੀ ਦੇ ਬਰਖਲਾਫ ਕੰਮ ਕਰ ਰਹੇ ਨੇ ਲੋਕ, ਜਿਹੜੇ ਸਿੱਖਾਂ ਨੂੰ ਦਬਾਉਣ ਵਾਸਤੇ ਕੰਮ ਕਰ ਰਹੇ ਨੇ, ਜਿਹੜੇ ਸਿੱਖੀ ਦੇ ਅਸਲੀ ਸਰੋਕਾਰਾਂ ਨੂੰ ਖਤਮ ਕਰਨ ਵਾਸਤੇ ਕੰਮ ਕਰ ਰਹੇ ਨੇ, ਅਸੀਂ ਉਹਨਾਂ ਦੀ ਪੁਸ਼ਟ ਪਨਾਹੀ ਕਰ ਰਹੇ ਹਾਂ, ਅਸੀਂ ਤੁਹਾਡੇ ਅਨੁਸਾਰ ਚੱਲ ਰਹੇ ਹਾਂ, ਸਾਨੂੰ ਆਪਣਾ ਰਾਜ ਕਰਨ ਦਿਓ ਔਰ ਸਾਨੂੰ ਆਪਣਾ ਜਿਹੜਾ ਅਸੀਂ ਕੋਈ 4 ਪੈਸੇ ਇਕੱਠੇ ਕਰਨੇ ਨੇ ਤੇ ਜਿਹੜੀ ਆਪਣੀ ਹਵਸ ਪੂਰੀ ਕਰਨੀ ਹੈ ਕਿ ਅਸੀਂ ਰਾਜਗੱਦੀ ਤੇ ਬੈਠੇ ਹਾਂ, ਸਾਨੂੰ ਉਹ ਕਰਨ ਦਿਓ। ਇਹਨਾਂ ਨੂੰ ਜੋ ਚਾਹੀਦਾ ਉਹ ਮਿਲ ਰਿਹਾ, ਜੋ ਉਹਨਾਂ ਨੂੰ ਚਾਹੀਦਾ ਉਹ ਮਿਲ ਰਿਹਾ। ਤੇ ਤੁਹਾਡੇ ਮੇਰੇ ਵਰਗਿਆਂ ਨੇ ਜਿਹੜੇ ਕੋਈ ਮਾੜੇ ਮੋਟੇ ਸ਼ਰਧਾਵਾਨ ਸਿੱਖ ਆਣਗੇ ਉਹਨਾਂ ਨੂੰ ਤਾਂ ਪਿਸਣਾ ਹੀ ਪਿਸਣਾ ਇਹਦੇ ਵਿੱਚ ਔਰ ਉਸ ਦੇ ਵਿੱਚ ਇਹ ਕਦੇ ਵੀ ਸਾਨੂੰ ਇਨਸਾਫ ਮਿਲਣ ਦੀ ਸੰਭਾਵਨਾ ਨਹੀਂ ਹੈ। ਅੱਜ ਤੱਕ ਤੁਹਾਨੂੰ ਹਜ਼ਾਰਾਂ ਕਤਲ ਹੋਏ ਨੇ, ਤੁਹਾਡੇ ਨਸਲਕੁਸ਼ੀ ਹੋਈ ਹੈ। ਦੇਖੋ ਕੈਨੇਡਾ ਦੇ ਵਿੱਚ ਅੱਜ ਕੱਲ ਉਹਨਾਂ ਨੇ 100 ਸਕੂਲ ਲੱਭੇ ਨੇ ਜਿਨ੍ਹਾਂ ਦੇ ਵਿੱਚ ਉੱਥੋਂ ਦੀ ਜਿਹੜੀ ਇੰਡੀਜਨਸ ਪੋਪੂਲੇਸ਼ਨ ਸੀ ਉਸ ਦੀ ਉਹਨਾਂ ਨੇ ਨਸਲਕੁਸ਼ੀ ਕੀਤੀ ਸੀ।
ਬੱਚਿਆਂ ਨੂੰ ਮਾਰਿਆ ਸੀ, ਖਤਮ ਕੀਤਾ ਸੀ, ਆਪਣੇ ਧਰਮ ਦੇ ਵਿੱਚ ਲਿਆਂਦਾ ਸੀਗਾ, ਔਰ ਕਿਸ ਤਰ੍ਹਾਂ ਨਾਲ ਉਹਨਾਂ ਨੇ ਉੱਥੇ ਈਸਾਈ ਮਤ ਫੈਲਾਇਆ ਸੀ। ਇਹ ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਉਹ ਲੋਕ ਮਹਿਸੂਸ ਕਰ ਰਹੇ ਨੇ, ਅੱਜ ਸੜਕਾਂ ਦੇ ਉੱਤੇ ਤੁਰੇ ਫਿਰਦੇ ਨੇ, ਉਹ ਰੋਂਦੇ ਪਿੱਟਦੇ ਕਿ ਸਾਡੇ ਕੋਲੋਂ ਵੱਡੀਆਂ ਗਲਤੀਆਂ ਹੋਈਆਂ, ਅਸੀਂ ਇਹ ਵੀ ਮਨੁੱਖ ਸਨ, ਅਸੀਂ ਕਿਸ ਤਰ੍ਹਾਂ ਇਹਨਾਂ ਨੂੰ। ਆਸਟ੍ਰੇਲੀਆ ਦੇ ਵਿੱਚ ਕਹਿੰਦੇ ਸਨ ਕਿ ਇਹਨਾਂ ਦੀ ਤਾਂ ਸੋਲ ਹੀ ਨਹੀਂ ਹੁੰਦੀ, ਇਹਨਾਂ ਨੂੰ ਜਿਵੇਂ ਮਰਜ਼ੀ ਮਾਰ ਦਿਓ। ਔਰ ਅਮਰੀਕਾ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੇ ਕਾਲੇ ਲੋਕਾਂ ਨੂੰ ਲਿਆ ਕੇ ਗੁਲਾਮ ਬਣਾਇਆ ਸੀ। ਸੋ ਇਹ ਭਾਵਨਾ ਜਿੰਨੀ ਦੇਰ ਤੱਕ ਖਤਮ ਨਹੀਂ ਹੋਏਗੀ ਹਿੰਦੁਸਤਾਨ ਦੇ ਵਿੱਚ, ਓਨੀ ਦੇਰ ਤੱਕ ਤੁਹਾਨੂੰ ਇਨਸਾਫ ਨਹੀਂ ਮਿਲੇਗਾ। ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ। ਜੇ ਇਨਸਾਫ ਲੈਣਾ ਤਾਂ ਤੁਹਾਡੇ ਬੰਦੇ ਉੱਤੇ ਚਾਹੀਦੇ ਆ। ਇਹ ਜਿਹੜੇ ਮੁੱਖ ਮੰਤਰੀ ਤੇ ਇਹ ਜਿਹੜੇ ਜਿੱਥੇ ਗੱਲਾਂ ਹੁੰਦੀਆਂ ਇਨਸਾਫ ਦੀਆਂ ਪਾਰਲੀਮੈਂਟ ਦੇ ਵਿੱਚ, ਉੱਥੇ ਤੁਹਾਡੇ ਬੰਦੇ ਚਾਹੀਦੇ ਆ। ਉਹ ਤੁਹਾਡੇ ਬੰਦੇ, ਤੁਸੀਂ ਆਪਣੇ ਆਪ ਇਹ ਭਰੋਸਾ ਨਹੀਂ ਕਰ ਸਕ ਰਹੇ ਆਪਣੇ ਆਪ ਦੇ ਉੱਤੇ ਕਿ ਅਸੀਂ ਆਪਣੇ ਬੰਦੇ ਖੜੇ ਕਰ ਦਈਏ। ਅਸੀਂ ਹਰ ਵਕਤ ਵੇਖਦੇ ਹਾਂ ਕਿ ਕਾਂਗਰਸ ਨੂੰ ਸਪੋਰਟ ਕਰ ਦਈਏ, ਬਾਦਲ ਨੂੰ ਸਪੋਰਟ ਕਰ ਦਈਏ, ਫਲਾਣੇ ਨੂੰ ਸਪੋਰਟ ਕਰ ਦਈਏ, ਖਾੜਕੂਆਂ ਨੂੰ ਸਪੋਰਟ ਕਰ ਦਈਏ, ਧਮਕੇ ਨੂੰ ਸਪੋਰਟ ਕਰ ਦਈਏ। ਅਸੀਂ ਆਪਣੇ ਆਪ ਦੇ ਉੱਤੇ ਜਿਹੜੇ ਸਮਾਨ ਸਿਟੀਜ਼ਨ ਹਾਂ, ਜਿਹੜੇ ਆਪਣੇ ਆਮ ਆਦਮੀ ਆ, ਅਸੀਂ ਇਹ ਹੌਸਲਾ ਨਹੀਂ ਕਰ ਰਹੇ ਕਿ ਅਸੀਂ ਉਹਨਾਂ ਦੇ ਨਾਲ ਲੜਨਾ ਨਹੀਂ, ਅਸੀਂ ਮਾਰਨਾ ਨਹੀਂ ਕਿਸੇ ਨੂੰ, ਅਸੀਂ ਬੰਬ ਨਹੀਂ ਚਲਾਉਣੇ। ਲੇਕਿਨ ਅਸੀਂ ਜਿਹੜਾ ਗਿਆਨ ਖੜਗ ਹੈ ਗੁਰੂ ਨੇ ਦਿੱਤਾ ਹੈ ਸਾਨੂੰ, ਇਹ ਅਤ ਕਰਾਰਾ ਹੈ, ਇਸ ਦੇ ਨਾਲ ਅਸੀਂ ਲੜਾਈ ਕਰਨੀ ਹੈ। ਆਪਣੀ ਗਿਆਨ ਖੜਗ ਦੇ ਨਾਲ ਅਸੀਂ ਜਾ ਕੇ ਉਹਨਾਂ ਨੂੰ ਨਿਰੁੱਤਰ ਕਰ ਸਕਦੇ ਹਾਂ, ਉਹਨਾਂ ਨੂੰ ਦੱਸ ਸਕਦੇ ਹਾਂ ਕਿ ਤੁਹਾਡਾ ਸਾਰਾ ਇਹ ਵਹਿਮ ਭਰਮ ਹੈ। ਕਿੰਨੀ ਦੇਰ ਤੁਸੀਂ ਇਹਨਾਂ ਪਾਪਾਂ ਦੇ ਭਾਗੀ ਬਣਦੇ ਰਹੋਗੇ? ਅਖੀਰ ਅਸੀਂ ਵੀ ਮਨੁੱਖ ਹਾਂ, ਕਿਉਂ ਸਾਨੂੰ ਤੁਸੀਂ ਕਤਲ ਕਰਦੇ ਹੋ? ਤਾਂ ਉਸ ਵੇਲੇ ਜਿਸ ਗੱਲਾਂ ਇਹ ਸਾਹਮਣੇ ਸਪਸ਼ਟ ਹੋਣਗੀਆਂ, ਉਸ ਵੇਲੇ ਇਹ ਮਸਲੇ ਹੱਲ ਹੋਣਗੇ। ਉਸ ਤੋਂ ਪਹਿਲਾਂ ਨਹੀਂ ਹੋ ਸਕਦੇ। ਸੁਖਬੀਰ ਜੀ। ਗੁਰਤੇਜ ਸਿੰਘ ਜੀ, ਸਰ ਮੈਂ ਤੁਸੀਂ ਕਿਹਾ ਕਿ ਆਪਣਿਆਂ ਨੂੰ ਅੱਗੇ ਕਰਨ ਦੀ ਜ਼ਰੂਰਤ ਹੈ। ਪਹਿਲਾਂ ਲੋਕਾਂ ਨੇ ਆਪਣੇ ਸਮਝ ਕੇ ਪ੍ਰਕਾਸ਼ ਸਿੰਘ ਬਾਦਲ ਹੋਣਾ ਨੂੰ ਅੱਗੇ ਕੀਤਾ, ਲੋਕਾਂ ਨੇ ਆਪਣੇ ਸਮਝ ਕੇ ਸੁਖਬੀਰ ਬਾਦਲ ਹੋਣਾ ਨੂੰ ਅੱਗੇ ਕਰ ਦਿੱਤਾ, ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਅੱਗੇ ਕਰ ਦਿੱਤਾ, ਹੋਰ ਵੀ ਵੱਡੇ ਸਿੱਖ ਆਗੂ ਸਿਮਰਨਜੀਤ ਸਿੰਘ ਮਾਨ ਵਰਗਿਆਂ ਨੂੰ ਉਹਨਾਂ ਨੂੰ ਅੱਗੇ ਕਰ ਦਿੱਤਾ। ਪਰ ਹੁਣ ਆਪਣਿਆਂ ਦੀ ਪਛਾਣ ਹੋਵੇ ਕਿਸ ਤਰ੍ਹਾਂ? ਕਿਉਂਕਿ ਪਾਰਲੀਮੈਂਟ ਤੱਕ ਜਾਂ ਇਧਰਲੇ ਪਾਸੇ ਵਿਧਾਨ ਸਭਾਵਾਂ ਦੇ ਵਿੱਚ ਉੱਥੇ ਵੀ ਆਪਣੇ ਬੈਠੇ ਨੇ। ਕਿਵੇਂ ਪਛਾਣ ਹੋਵੇ ਕਿ ਇਹ ਆਪਣੇ ਕਿਹੜੇ ਨੇ ਜਿਹੜੇ ਇਨਸਾਫ ਕਰ ਸਕਦੇ ਨੇ ਬੇਅਦਬੀ ਵਾਲੇ ਮਸਲਿਆਂ ਦੇ ਉੱਤੇ, ਸਿੱਖ ਭਾਵਨਾਵਾਂ ਦੇ ਮਸਲੇ, ਉਹ ਕਿਸੇ ਵੀ ਧਰਮ ਦੀ ਭਾਵਨਾ ਹੋਵੇ, ਪਰ ਖਾਸ ਕਰ ਉਦੋਂ ਗੱਲ ਜਦੋਂ ਬੇਅਦਬੀ ਦਾ ਮਸਲਾ ਹੁੰਦਾ ਤਾਂ ਸਿੱਖ ਭਾਵਨਾਵਾਂ ਦੀ ਗੱਲ ਹੁੰਦੀ ਹੈ। ਦੇਖੋ, ਗੱਲ ਇਹ ਹੈਗੀ ਕਿ ਤੁਸੀਂ ਕਹਿੰਦੇ ਹੋ ਵੀ ਆਪਾਂ ਆਪਣੇ ਸਮਝ ਕੇ ਕੀਤੇ ਸੀਗੇ। ਜਦੋਂ ਸੰਤ ਫਤਿਹ ਸਿੰਘ ਦੀ ਪੈਦਾਵਾਰ ਹੈ, ਸਾਰੇ ਦੇ ਸਾਰੇ ਮੌਜੂਦਾ ਅਕਾਲੀ ਲੀਡਰ ਜਿਹੜੇ ਹਨਗੇ, ਜਿਹੜਾ ਸੰਤ ਫਤਿਹ ਸਿੰਘ ਸੀ ਉਸ ਨੂੰ ਇੰਪੋਜ਼ ਕੀਤਾ ਸੀ ਸਿੱਖੀ ਦੇ ਉੱਤੇ, ਸਿੱਖ ਪੰਥ ਦੇ ਵਿੱਚ, ਸਿੱਖ ਅਕਾਲੀ ਦਲ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਨੇ ਤੇ ਜਵਾਹਰ ਲਾਲ ਨਹਿਰੂ ਨੇ ਤੇ ਸੁਖਾਡੀਆ ਨੇ, ਜਿਹੜਾ ਕਿ ਰਾਜਸਥਾਨ ਦਾ ਹੋਮ ਮਿਨਿਸਟਰ ਸੀ, ਰਾਜਸਥਾਨ ਦਾ ਚੀਫ ਮਿਨਿਸਟਰ ਸੀ। ਇਹਨਾਂ ਤਿੰਨਾਂ ਨੇ ਮਿਲ ਕੇ ਇਸ ਨੂੰ ਤੁਹਾਡੇ ਪਲਾਂਟ ਕੀਤਾ ਸੀ। ਤੁਸੀਂ ਉਸ ਨੂੰ ਪਛਾਣ ਨਹੀਂ ਸਕੇ, ਤੁਸੀਂ ਉਸ ਨੂੰ ਆਪਣਾ ਬਣਾ ਕੇ ਐਕਸੈਪਟ ਕਰ ਲਿਆ। ਔਰ ਜਿਹੜੇ ਉਹਨਾਂ ਦੀ ਪ੍ਰੋਟੇਜੀ ਆਏ ਅਗਾਂਹ, ਉਹਨਾਂ ਦੇ ਬੱਚੇ ਆਏ, ਉਹ ਜਿਵੇਂ ਟਿੱਡੀ ਦਲ ਜਾਂਦਾ ਹੈ ਤੇ ਫਿਰ ਉਹ ਬੱਚੇ ਛੱਡ ਦਿੰਦਾ ਵਾਪਸ, ਤੇ ਉਹ ਮੁੜ ਕੇ ਫਿਰ ਉਹਨਾਂ ਘਾਣ ਕਰਨ ਵਾਸਤੇ ਫਿਰ ਤਿਆਰ ਹੋ ਜਾਂਦਾ ਟਿੱਡੀ ਦਲ। ਤਾਂ ਉਹ ਜਿਹੜਾ ਉਹਨਾਂ ਦਾ ਉਹ ਟਿੱਡੀ ਦਲ ਹੈ, ਉਹ ਤੁਹਾਡੇ ਉੱਤੇ ਹੁਣ ਤੱਕ ਰਾਜ ਕਰਦਾ ਰਿਹਾ। ਇਹ ਸਾਰੇ ਦੇ ਸਾਰੇ ਉਸ ਦੀ ਉਪਜ ਹਨਗੇ ਫਤਿਹ ਸਿੰਘ ਦੀ। ਔਰ ਫਤਿਹ ਸਿੰਘ ਨੂੰ ਕੋਈ ਸਿਆਸਤ ਦਾ ਮਸਲਾ ਨਹੀਂ ਸੀ, ਉਹਨੂੰ ਸਮਝ ਨਹੀਂ ਸੀ ਆਉਂਦਾ, ਕੋਈ ਉਸ ਨੂੰ ਧਰਮ ਦੀ ਸੋਝੀ ਨਹੀਂ ਸੀ, ਕੋਈ ਉਸ ਨੂੰ ਇੱਥੇ ਕੀ ਸਿਆਸਤ ਦੀ ਡਿਮਾਂਡ ਕੀ ਹੈ ਉਸ ਨੂੰ ਪਤਾ ਨਹੀਂ ਸੀ। ਉਹ ਸਿਰਫ ਆਪਣਾ ਜੀ ਹਿੰਦੂ ਸਿੱਖ ਮੇਰੀਆਂ ਦੋ ਅੱਖਾਂ ਹਨ, ਅਸੀਂ ਜੀ ਸੇਵਾ ਕਰਨੀ ਹੈ ਜੀ, ਅਸੀਂ ਉਹ ਬਿਲਕੁਲ ਹੀ ਇਸ ਮਸਲੇ ਨੂੰ ਸਮਝਣ ਤੋਂ ਅਸਮਰੱਥ ਸੀਗਾ। ਫਿਰ ਤੁਸੀਂ ਕਰਦੇ ਹੋ ਗੱਲ ਵੀ ਅਮਰਿੰਦਰ ਸਾਡਾ ਆਪਣਾ ਹੈ। ਅਮਰਿੰਦਰ ਤੁਹਾਡਾ ਆਪਣਾ ਕਿਸ ਤਰ੍ਹਾਂ ਹੋ ਗਿਆ? ਉਹ ਤਾਂ ਕਹਿੰਦਾ ਮੈਂ ਇਸ ਤਰ੍ਹਾਂ ਪੁਸ਼ਤਦਰ ਪੁਸ਼ਤ ਇੰਨੇ 100 ਸਾਲ ਤੋਂ 100 ਸਾਲ ਤੋਂ ਰਾਜ ਕਰਦੇ ਚਲੇ ਆ ਰਹੇ ਹਾਂ ਤੇ ਸਾਡਾ ਤਾਂ ਰਾਜ ਕਰਨ ਦਾ ਅਧਿਕਾਰ ਹੈ। ਤੁਸੀਂ ਉਸ ਦੇ ਵਿੱਚ ਉਸ ਨੂੰ ਆਪਣਾ ਬਣਾ ਕੇ, ਆਪਣਾ ਮੰਨ ਕੇ, ਆਪਣੇ ਮਨ ਨੂੰ ਬੇਵਕੂਫ ਬਣਾ ਕੇ, ਉਸ ਨੂੰ ਆਪਣਾ ਮੰਨ ਕੇ ਜੇ ਤੁਸੀਂ ਖੜਾ ਕਰੋਗੇ ਤੇ ਤੁਸੀਂ ਕਹੋਗੇ ਵੀ ਇਹ ਸਾਡਾ ਆਪਣਾ ਹੋ ਗਿਆ, ਤਾਂ ਇਸ ਤਰ੍ਹਾਂ ਨਹੀਂ ਹੁੰਦਾ। ਇਹ ਕੋਈ ਸ਼ੂ ਮੰਤਰ ਨਹੀਂ ਹੈ ਵੀ ਤੁਸੀਂ ਉਹਦੇ ਸਿਰ ਦੇ ਉੱਤੇ ਮੰਤਰ ਮਾਰਿਆ ਤੇ ਝੁਰਲੂ ਫੇਰਿਆ ਤੇ ਉਹ ਤੁਹਾਡਾ ਬਣ ਗਿਆ। ਇਸ ਤਰ੍ਹਾਂ ਨਹੀਂ ਬਣਦਾ। ਜਿੰਨਾ ਬੰਦਿਆਂ ਨੂੰ ਅਮਰਿੰਦਰ ਟਿਕਟ ਦੇਗਾ ਜਾਂ ਇਹਨਾਂ ਦਾ ਹਾਈ ਕਮਾਂਡ ਦੇਗਾ, ਉਹ ਤੁਹਾਡੇ ਆਪਣੇ ਕਿਵੇਂ ਬਣ ਜਾਣਗੇ? ਜਿੰਨਾ ਬੰਦਿਆਂ ਨੂੰ ਬਾਦਲ ਟਿਕਟ ਦੇਗਾ ਜਾਂ ਬਾਦਲ ਦਾ ਜਿਹੜਾ ਦਲ ਬਣਾਇਆ ਉਸਨੇ ਆਪਣੇ
ਜੇਬੀ ਦਲ ਉਹ ਟਿਕਟ ਦੇਗਾ, ਉਹ ਤੁਹਾਡੇ ਕਿਵੇਂ ਬਣ ਜਾਣਗੇ? ਜੇ ਤੁਸੀਂ ਆਪਣੇ ਬੰਦੇ ਖੜੇ ਕਰਨੇ ਆ, ਤੁਹਾਨੂੰ ਜਮਹੂਰੀ ਪਾਰਟੀ ਖੜੀ ਕਰਨੀ ਪਏਗੀ। ਜਿਸ ਜਮਹੂਰੀ ਪਾਰਟੀ ਦੇ ਵਿੱਚ ਲੋਕ ਉਹ ਹੋਣਗੇ ਜਿਹੜੇ ਲੋਕਾਂ ਦੇ ਆਧਾਰ, ਲੋਕਾਂ ਦੇ ਪ੍ਰੋਜੈਕਟ ਕੀਤੇ ਹੋਣਗੇ, ਜਿਹੜੇ ਲੋਕਾਂ ਨੇ ਬਣਾਏ ਹੋਣਗੇ। ਇਸ ਨੂੰ ਜਮਹੂਰੀ ਪਾਰਟੀ ਨੂੰ ਖੜਾ ਕਰਨ ਦਾ ਤਰੀਕਾ ਹੈਗਾ। ਉਸ ਦੇ ਵਾਸਤੇ ਕਾਨੂੰਨ, ਉਸ ਦੇ ਵਾਸਤੇ ਪਾਰਟੀ ਦਾ ਆਈਨ ਬਣਨਾ ਚਾਹੀਦਾ ਹੈ। ਹੁਣ ਅਸੀਂ ਕੁਝ ਲੋਕਾਂ ਨੇ ਪਿੱਛੇ ਇਕੱਠੇ ਹੋ ਕੇ 5-7 ਆਦਮੀਆਂ ਨੇ ਇੱਕ ਐਕਸਰਸਾਈਜ਼ ਕੀਤੀ, ਕਿਉਂਕਿ ਅਸੀਂ ਜਾਣਦੇ ਹਾਂ ਕਿ ਇਹ ਜਿਹੜਾ ਹੈ ਮਸਲਾ ਉਨੀ ਦੇਰ ਹੱਲ ਨਹੀਂ ਹੋਣਾ ਜਿੰਨੀ ਦੇਰ ਤੱਕ ਤੁਹਾਡੇ ਕੋਲੇ ਕੋਈ ਜਮਹੂਰੀ ਪਾਰਟੀ ਨਹੀਂ ਆਉਂਦੀ ਜਿਹੜੀ ਆਪਣੇ ਬੰਦੇ, ਲੋਕਾਂ ਦੇ ਆਦਮੀ, ਜਿਹੜੇ ਲੋਕਾਂ ਦੇ ਭਲੇ ਵਾਸਤੇ ਸੋਚਣ। ਨਾ ਕਿ ਫਲਾਣੇ ਪਰਿਵਾਰ ਦਾ ਅਸੀਂ ਘਰ ਭਰਨਾ ਹੈ, ਨਾ ਅਸੀਂ ਫਲਾਣੇ ਪਰਿਵਾਰ ਦੀ ਨੌਕਰੀ ਕਰਨੀ ਹੈ, ਉਹ ਨਾ ਸੋਚਣ। ਔਰ ਉਹ ਸੋਚਣ ਕਿ ਅਸੀਂ ਪੰਜਾਬ ਦੇ ਬਾਰੇ ਸੋਚਣਾ ਹੈ, ਪੰਜਾਬ ਦੇ ਵਿੱਚ ਜਿਹੜਾ ਸੱਭਿਆਚਾਰ ਹੈ ਇਸ ਦੇ ਬਾਰੇ ਸੋਚਣਾ ਹੈ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅਹਿਮੀਅਤ ਹੈ, ਜਾਂ ਸਾਰੇ ਧਰਮ ਗ੍ਰੰਥਾਂ ਦੀ ਜਿਹੜੀ ਅਹਿਮੀਅਤ ਹੈ, ਸਾਡੇ ਬੰਨਿਓ ਤਾਂ ਅਸੀਂ ਤਾਂ ਸਾਰਿਆਂ ਨੂੰ ਸਮਝਦੇ ਹਾਂ ਵੀ ਉਹਨੂੰ ਸਭ ਨੂੰ ਅਧਿਕਾਰ ਹੈ ਮਾਣ ਸਤਿਕਾਰ ਦਾ, ਤਾਂ ਉਸ ਨੂੰ ਅਸੀਂ ਕਾਇਮ ਰੱਖਣਾ ਹੈ। ਉਹ ਲੋਕ ਆਮ ਲੋਕਾਂ ਦੀ ਪੈਦਾਵਾਰ ਹੋਣਗੇ। ਇਹ ਪਾਰਟੀ, ਅਸੀਂ ਇਸ ਤਰ੍ਹਾਂ ਦਾ ਇੱਕ ਆਈਨ ਬਣਾਇਆ, ਅੱਜ ਕੱਲ੍ਹ ਅਸੀਂ ਇਸ ਨੂੰ ਸਰਕੂਲੇਟ ਕੀਤਾ ਹੋਇਆ ਲੋਕਾਂ ਦੇ ਵਿੱਚ, ਵੀ ਜਿਹੜਾ ਵੀ ਮਰਜ਼ੀ ਇਸ ਨੂੰ ਅਡਾਪਟ ਕਰ ਲੇ। ਔਰ ਇਸ ਤਰ੍ਹਾਂ ਦੀ ਪਾਰਟੀ ਉਸਾਰੋ ਜਿਹੜੀ ਲੋਕਾਂ ਦੇ ਉੱਤੇ ਆਧਾਰਿਤ ਹੋਵੇ। ਹੁਣ ਤੁਸੀਂ ਮਾਨ ਦਾ ਜ਼ਿਕਰ ਕੀਤਾ ਹੈ, ਮਾਨ ਨੇ ਜਿਸ ਵੇਲੇ ਆਇਆ ਉਸ ਵੇਲੇ 9 ਤੋਂ 11 ਤੱਕ MP ਸਨ, ਜਿਸ ਵੇਲੇ ਜੇਲ੍ਹ ਤੋਂ ਬਾਹਰ ਨਿਕਲ ਕੇ ਆਇਆ। ਔਰ ਇਸ ਨੇ ਇੱਕ ਵੀ ਮੀਟਿੰਗ ਉਹਨਾਂ MPs ਦੀ ਨਹੀਂ ਕੀਤੀ। ਉਹ ਲੋਕਾਂ ਦੇ ਨੁਮਾਇੰਦੇ ਸਨ। ਉਹ ਲੋਕਾਂ ਦੀ ਭਾਵਨਾ ਦੇ ਵਿੱਚੋਂ, ਜਿਹੜੀ ਉਹਨਾਂ ਦੀ ਦਰਬਾਰ ਸਾਹਿਬ ਦੇ ਉੱਤੇ ਹਮਲੇ ਤੋਂ ਬਾਅਦ ਭਾਵਨਾ ਸੀ ਉਹਨਾਂ ਦੀ, ਜੋ ਉਹਨਾਂ ਦੇ ਮਨ ਦੇ ਵਿੱਚ ਇਸ ਦਾ ਰੋਸ ਸੀ, ਉਹਦੇ ਵਿੱਚੋਂ ਸਿਮਲਟੇਨੀਅਸਲੀ ਪੈਦਾ ਹੋਏ ਲੋਕ ਸਨ। ਉਹਨਾਂ ਦੀ ਇੱਕ ਵੀ ਮੀਟਿੰਗ ਇਸ ਨੇ ਨਹੀਂ ਕੀਤੀ। ਫਿਰ ਇੱਕ ਕਿਰਪਾਨ ਦਾ ਬਹਾਨਾ ਬਣਾ ਕੇ ਉੱਥੇ ਪਾਰਲੀਮੈਂਟ ਦੇ ਵਿੱਚ ਨਹੀਂ ਗਿਆ। ਉਹ ਜਿਹੜੀ ਸਾਰਾ ਉਭਾਰ ਸੀ ਉਸ ਨੂੰ ਇਹਨੇ ਨਿਲ ਕਰਤਾ, ਉਸ ਨੂੰ ਬਿਲਕੁਲ ਖਤਮ ਕਰਤਾ। ਔਰ ਕਿਰਪਾਨ ਦੇ ਫਿਰ ਜਦੋਂ ਇਸ ਨੂੰ ਆਪਣੀ ਲੋੜ ਸੀ, ਆਪਣੀ ਕਰਨ ਦੀ ਲੋੜ ਸੀ, ਉਸ ਵੇਲੇ ਇਹ ਕਿਰਪਾਨ ਤੋਂ ਬਿਨਾਂ ਵੀ ਪਾਰਲੀਮੈਂਟ ਦੇ ਵਿੱਚ ਚਲਾ ਗਿਆ, ਸਾਰਾ ਕੁਝ ਕਰਦਾ ਰਿਹਾ। ਤਾਂ ਇਹ ਲੋਕ ਇਹਨਾਂ ਦੇ ਬਾਰੇ, ਕਿਸੇ ਦੇ ਬਾਰੇ ਪਹਿਲਾਂ ਸਪਸ਼ਟ ਹੋ ਜਾਂਦਾ ਹੈ ਵੀ ਇਹ ਕਿਹਦਾ ਬੰਦਾ ਹੈ, ਕਿਸਨੇ ਇਸ ਨੂੰ ਅੱਗੇ ਕੀਤਾ, ਕਿ ਕਿਹਨਾਂ ਦੇ ਬਾਰੇ ਬਾਅਦ ਦੇ ਵਿੱਚ ਜਾ ਕੇ ਪਤਾ ਲੱਗਦਾ ਹੈ। ਇਹ ਲੋਕ ਆਪਣੇ ਨਹੀਂ ਹਨ। ਚਾਹੇ ਇਹ ਹੁਣ ਖਾੜਕੂਆਂ ਦੇ ਬਾਰੇ ਉਹ ਬੜੇ ਬਿਆਨ ਦਿੰਦਾ ਰਿਹਾ, ਖਾਲਿਸਤਾਨ ਚਾਹੀਦਾ, ਅੱਜ ਵੀ ਕਹਿੰਦਾ ਹੈ, ਖਾੜਕੂਆਂ ਦੇ ਬਾਰੇ ਬੜੇ ਬਿਆਨ ਦਿੰਦਾ ਰਿਹਾ। ਲੇਕਿਨ ਜੇ ਅਸੀਂ ਉਸ ਦੇ ਦੂਸਰੇ ਬਿਆਨ ਦੇਖੀਏ, ਐਫੀਡੇਵਿਟ ਦੇਖੀਏ ਸੁਪਰੀਮ ਕੋਰਟ ਦੇ ਜੱਜ ਨੂੰ ਜਿਹੜਾ ਉਹਨੇ ਪੇਸ਼ ਕੀਤਾ ਹੈ ਚੀਫ ਜਸਟਿਸ ਨੂੰ, ਜਾਂ ਜਿਹੜਾ ਜੇਠ ਮਲਾਨੀ ਨੂੰ ਚਿੱਠੀ ਲਿਖੀ ਹੈ, ਉਸ ਦੇ ਵਿੱਚ ਉਹ ਸਾਫ਼ ਕਹਿੰਦਾ ਵੀ ਮੈਂ ਇਹਨਾਂ ਦੇ ਨਾਲ ਨਹੀਂ ਹਾਂ, ਇਹਨਾਂ ਨੂੰ ਤਾਂ ਇਹ ਸਾਰਾ ਕੁਝ ਗਲਤ ਹੈ ਔਰ ਇਹ ਗਲਤ ਰਾਹ ਦੇ ਉੱਤੇ ਚੱਲ ਰਹੇ ਨੇ। ਦੂਸਰੇ ਪਾਸੇ ਦੂਸਰਾ ਮੂੰਹ ਇਹ ਹੈ, ਇਹ ਜਿਹੜੇ ਦਮੂਈਆਂ ਲੋਕ ਹਨਗੇ, ਇਹ ਸਾਰੇ ਦੇ ਸਾਰੇ ਉਹੀ ਹਨਗੇ, ਚਾਹੇ ਮਾਨ ਹੋਵੇ, ਚਾਹੇ ਇਹ ਅਮਰਿੰਦਰ ਹੋਵੇ, ਚਾਹੇ ਇਹ ਬਾਦਲ ਹੋਵੇ। ਇਹ ਸਾਡੇ ਲੀਡਰ ਨਹੀਂ ਹਨ, ਇਹ ਸਾਡੇ ਉੱਤੇ ਠੋਸੇ ਗਏ ਲੀਡਰ ਹਨ। ਕੁਝ ਚਲਾਕੀ ਦੇ ਨਾਲ, ਕੁਝ ਇਹ ਜਿਹੜਾ ਪ੍ਰਭਾਵ ਹੈ ਇਸ ਦਾ ਨੈਸ਼ਨਲ ਮੀਡੀਆ ਦਾ, ਜਾਂ ਜੋ ਮੀਡੀਆ ਦਾ ਪ੍ਰਭਾਵ ਹੈ ਪ੍ਰਚਾਰ ਦਾ, ਦੁਸ਼ਪ੍ਰਚਾਰ ਕਰਕੇ ਕੁਝ ਇਹ ਆਪਣੀ ਲਾਲਸਾਵਾਂ ਦੇ ਅਧੀਨ। ਦੇਖੋ, ਬੰਦਾ ਕਦੇ ਕਿਸ ਦਾ ਗੁਲਾਮ ਨਹੀਂ ਹੁੰਦਾ। ਬੰਦਾ ਗੁਲਾਮ ਹੁੰਦਾ ਸਿਰਫ ਆਪਣੀ ਲਾਲਸਾ ਦਾ। ਉਸ ਨੂੰ ਇਹ ਹੁੰਦਾ ਕਿ ਮੈਂ ਆਹ ਕਰ ਲਵਾਂ। ਮੈਂ ਜੇ ਛੋਟੀ ਜਿਹੀ ਜ਼ਿੰਦਗੀ ਦੇ ਵਿੱਚ ਬਹੁਤਾ ਕੁਝ ਕਰਨ ਨੂੰ ਹੁੰਦਾ ਨਹੀਂ, ਰੋਟੀ ਮਿਲਦੀ ਰਹੇ, ਗੁਰੂ ਦਾ ਸ਼ੁਕਰ ਕਰਨਾ ਚਾਹੀਦਾ, ਔਰ ਥੋੜਾ ਬਹੁਤ ਚਲੋ ਮਾਣ ਸਤਿਕਾਰ ਹਰ ਇੱਕ ਆਦਮੀ ਸਮਾਜ ਦੇ ਵਿੱਚ ਚਾਹੁੰਦਾ ਹੈ, ਇੰਨਾ ਕੁ ਮਿਲਦਾ ਰਹੇ ਕਾਫੀ ਹੁੰਦਾ। ਲੇਕਿਨ ਜੋ ਇਸ ਤੋਂ ਅਗਾਂਹ ਵੱਡੇ ਮਹਿਲ ਉਸਾਰਦੇ ਨੇ, ਉਹਨਾਂ ਲੋਕਾਂ ਨੂੰ ਬਹੁਤ ਜ਼ਲਾਲਤ ਔਰ ਗੁਲਾਮੀ ਕਰਨੀ ਪੈਂਦੀ ਹੈ, ਔਰ ਉਹ ਗੁਲਾਮੀ ਕਰਦੇ ਨੇ ਕਿਸੇ ਦੀ, ਤੇ ਫਿਰ ਆ ਕੇ ਆਪਣੇ ਲੋਕਾਂ ਦੇ ਉੱਤੇ ਰੋਹ ਪਾਉਂਦੇ ਨੇ। ਇਹ ਲੋਕ ਆਪਣੇ ਨਹੀਂ ਹਨ। ਜੇ ਤੁਸੀਂ ਆਪਣੇ ਲੋਕ ਉਸਾਰਨੇ ਨੇ, ਆਪਣੇ ਲੋਕ ਪਾਰਲੀਮੈਂਟ ਦੇ ਵਿੱਚ, ਇੱਥੇ ਅਸੈਂਬਲੀ ਦੇ ਵਿੱਚ ਭੇਜਣੇ ਨੇ, ਤਾਂ ਫਿਰ ਤੁਹਾਨੂੰ ਜਮਹੂਰੀ ਪਾਰਟੀ ਬਣਾਉਣੀ ਪਏਗੀ, ਜਿਹਦੇ ਵਿੱਚ ਕੋਈ ਬੌਸ ਨਾ ਹੋਵੇ, ਕੋਈ ਹਾਈ ਕਮਾਂਡ ਨਾ ਹੋਵੇ, ਕੋਈ ਪਰਿਵਾਰ ਨਾ ਹੋਵੇ, ਕਿਸੇ ਇੱਕ ਬੰਦੇ ਦੇ ਉੱਤੇ ਤੁਸੀਂ ਡਿਪੈਂਡੈਂਟ ਨਾ ਹੋ ਟਿਕਟ ਲੈਣ ਵਾਸਤੇ। ਟਿਕਟ ਤੁਹਾਨੂੰ ਮਿਲੇ ਲੋਕ ਸੇਵਾ ਦੇ, ਆਪਣੇ ਜੋ ਵੀ ਤੁਸੀਂ ਕਾਰਵਾਈ ਕੀਤੀ ਹੈ ਉਸ ਦੇ ਆਧਾਰ ਦੇ ਉੱਤੇ ਤੁਹਾਨੂੰ ਟਿਕਟ ਮਿਲੇ,
ਤੇ ਤੁਸੀਂ ਇਸ ਆਧਾਰ ਦੇ ਉੱਤੇ ਮਿਲੇ ਕਿ ਤੁਸੀਂ ਉੱਥੇ ਜਾ ਕੇ ਕੀ ਕਰ ਸਕਦੇ ਹੋ, ਕਿਸ ਤਰ੍ਹਾਂ ਲੋਕਾਂ ਦਾ ਭਲਾ ਕਰ ਸਕਦੇ ਹੋ, ਕੀ ਤੁਹਾਡੇ ਵਿਚਾਰ ਆਉਣਗੇ ਮੁੱਦਿਆਂ ਦੇ ਉੱਤੇ। ਤੁਹਾਨੂੰ ਘੋਖ ਕੇ ਜਿਸ ਤਰ੍ਹਾਂ ਇਮਤਿਹਾਨ ਲੈ ਕੇ 10ਵੀਂ ਦਾ ਦੇ ਫਿਰ ਸਰਟੀਫਿਕੇਟ ਮਿਲਦਾ ਹੈ, ਹੁਣ 10ਵੀਂ ਜਮਾਤ ਤੱਕ ਤਾਂ ਤੁਸੀਂ ਪਾਸ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਤੁਸੀਂ ਆਪਣੀ ਨੌਲੇਜ ਨੂੰ ਸਾਹਮਣੇ ਰੱਖੋ ਨਾ ਐਗਜ਼ਾਮਨਰ ਦੇ। ਤੇ ਟਿਕਟ ਲੈ ਕੇ ਤੁਸੀਂ ਮੈਂਬਰ ਪਾਰਲੀਮੈਂਟ ਬਣ ਜਾਂਦੇ ਹੋ ਤੇ ਉੱਥੇ ਜਾ ਕੇ ਤੁਸੀਂ 5-5 ਸਾਲ ਬੋਲਦੇ ਨਹੀਂ। ਮੈਂ 10-15 ਐਸੇ ਆਪਣੇ ਅਕਾਲੀਆਂ ਨੂੰ ਜਾਣਦਾ, ਆਪਣੇ ਪੰਜਾਬੀਆਂ ਨੂੰ ਜਿਹੜੇ ਅਕਾਲੀ ਉਹਨਾਂ ਦੇ ਵਿੱਚ ਜ਼ਿਆਦਾ ਆਉਣਗੇ ਕਿਉਂਕਿ ਇਹ ਜ਼ਿਆਦਾ ਰਹੇ, ਤੇ ਐਸਿਆਂ ਨੂੰ ਜਾਣਦਾ ਜਿਹੜੇ ਕਿ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਮੂੰਹ ਦੇ ਵਿੱਚ ਦਹੀਂ ਜਮਾ ਲਈ, ਕਦੇ ਬੋਲੇ ਹੀ ਨਹੀਂ। ਲੋਕਾਂ ਨੂੰ ਕਿਸ ਤਰ੍ਹਾਂ ਪਤਾ ਲੱਗੇ ਤੁਸੀਂ ਕੀ ਕਹਿੰਦੇ ਹੋ, ਕੀ ਕਰਨਾ ਚਾਹੁੰਦੇ ਹੋ। ਸੋ ਉਹ ਨਹੀਂ ਇਹ ਚਾਹੀਦੇ, ਸਾਨੂੰ ਕਾਬਲ ਲੋਕ ਚਾਹੀਦੇ ਹੈ। ਕਾਬਲ ਲੋਕਾਂ ਨੂੰ ਲੋਕ ਹੀ ਚੁਣ ਸਕਦੇ ਆ। ਉਹ ਕਿਸੇ ਨੂੰ ਜਿਹੜਾ ਕੋਈ, ਜੇ ਮੈਂ ਅਪੁਆਇੰਟ ਕਰਾਂਗਾ ਨਾ ਅੱਜ, ਤਾਂ ਮੈਂ ਉਸ ਬੰਦੇ ਨੂੰ ਅਪੁਆਇੰਟ ਕਰਾਂਗਾ ਜਿਹੜਾ ਮੇਰੇ ਨਾਲੋਂ ਘੱਟ ਪੜਿਆ ਹੋਵੇ, ਜਿਹੜਾ ਮੇਰੇ ਨਾਲੋਂ ਬੇਵਕੂਫ ਹੋਵੇ, ਜਿਸ ਨੂੰ ਕੋਈ ਮੇਰੇ ਨਾਲੋਂ ਬਹੁਤ ਘੱਟ ਸਮਝ ਹੋਵੇ, ਤਾਂ ਕਿ ਉਹ ਮੇਰੀ ਸਰਦਾਰੀ ਮੰਨਦਾ ਰਹੇ। ਇਹਨਾਂ ਦੇ ਮਸਲੇ ਇਹ ਹਨਗੇ, ਤੁਹਾਡੇ ਮਸਲੇ ਹੋਰ ਹਨਗੇ। ਤੁਹਾਡੇ ਮਸਲੇ ਇਹ ਹਨਗੇ ਕਿ ਜਿਹੜੇ ਵੀ ਉੱਥੇ ਬੈਠੇ ਨੇ ਉਹਨਾਂ ਦੀ ਅੱਖ ਦੇ ਵਿੱਚ ਅੱਖ ਪਾ ਕੇ ਵੇਖਣ ਜੋਗਾ ਹੋਵੇ, ਉਹਨਾਂ ਦੇ ਨਾਲ ਗੱਲ ਕਰਨ ਜੋਗਾ ਹੋਵੇ, ਉਹਨਾਂ ਨੂੰ ਸਾਡੀ ਗੱਲ ਦੱਸਣ ਜੋਗਾ ਹੋਵੇ ਕਿ ਪੰਜਾਬ ਆ ਚਾਹੁੰਦਾ ਹੈ। ਉਹਨਾਂ ਦੇ ਮਸਲੇ ਇਹ ਹਨਗੇ। ਲੋਕਾਂ ਦੇ ਮਸਲਿਆਂ ਨੂੰ ਲੋਕ ਹੀ ਕੰਟਰੋਲ ਕਰ ਸਕਦੇ ਆ, ਔਰ ਇੱਕ ਜਮਹੂਰੀ ਪਾਰਟੀ ਦਾ ਇਹ ਆਪਣਾ ਇੰਤਜ਼ਾਮ ਕਰਕੇ ਹੀ ਕਰ ਸਕਦੇ ਆ। ਇਸ ਵੇਲੇ ਲੋਕਾਂ ਦੇ ਕੋਲ ਬੜਾ ਮੌਕਾ ਆਇਆ। ਇਸ ਵੇਲੇ ਮੈਂ ਸਮਝਾਂ ਕਿ ਜਿਵੇਂ ਪਿਛਲੇ ਵਾਰੀ ਆਪਾਂ ਗੱਲ ਕੀਤੀ ਸੀ ਕਿ ਜੇ ਕਿਸਾਨ ਤੇ ਇਹ ਨੌਜਵਾਨ ਜਿਹੜੇ ਲੋਕ ਆਣਗੇ ਤੇ ਜਿਹੜੇ ਇਹ ਕੁਛ ਇੱਥੇ ਲੋਕ ਲਹਿਰ ਵਾਲੇ ਚਲੇ ਫਿਰਦੇ ਨੇ, ਤੇ ਇੱਕ ਕਨਸਟੀਟਿਊਸ਼ਨ ਡੈਮੋਕ੍ਰੈਟਿਕ ਜਿਸ ਤਰ੍ਹਾਂ ਦੀ ਅਸੀਂ ਬਣਾ ਕੇ ਆਮ ਲੋਕਾਂ ਦੇ ਜਾਣਕਾਰੀ ਵਾਸਤੇ ਇੰਟਰਨੈਟ ਤੇ ਪਾਈ ਹੋਈ ਹੈ, ਉਹੋ ਜਿਹੀ ਕਨਸਟੀਟਿਊਸ਼ਨ ਜੇ ਉਹ ਨਹੀਂ ਮਨਜ਼ੂਰ ਤਾਂ ਉਸ ਦੇ ਨਾਲ ਰਲਦੀ ਮਿਲਦੀ ਕੋਈ ਹੋਰ ਬਣਾ ਲੈਣ, ਕੋਈ ਉਸ ਤੋਂ ਚੰਗੀ ਬਣਾ ਲੈਣ। ਉਸ ਨੂੰ ਆਧਾਰ ਬਣਾ ਕੇ ਜੇ ਇਹ ਪਾਰਟੀ ਬਣਾਉਂਦੇ ਨੇ ਤੇ ਅੱਜ ਇਹ ਅਗਲੇ ਇਲੈਕਸ਼ਨ ਵੀ ਜਿੱਤ ਜਾਣਗੇ, ਔਰ ਪੰਜਾਬ ਮੁੜ ਕੇ ਲੀਹਾਂ ਦੇ ਉੱਤੇ ਆ ਜਾਏਗਾ। ਮੁੜ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੁਸੀਂ ਕਹਿੰਦੇ ਹੋ, ਕਿਸੇ ਦੀ ਇਹ ਹਿੰਮਤ ਨਹੀਂ ਪਏਗੀ ਕਿ ਕੋਈ ਕਹਿਰੀ ਅੱਖ ਕਰਕੇ ਵੀ ਗੁਰੂ ਗ੍ਰੰਥ ਸਾਹਿਬ ਵਾਲੀਆਂ ਗੁਰੂ ਵੱਲ ਵੇਖ ਸਕੇ। ਗੁਰੂ ਨਿਰਵੈਰ ਹੈ, ਗੁਰੂ ਦੇ ਨਾਲ ਕਿਸ ਦਾ ਕੀ ਵੈਰ ਹੈ? ਕਿਉਂ ਉਹਦੇ ਉੱਤੇ ਇਸ ਤਰ੍ਹਾਂ ਦੇ ਜ਼ੁਲਮ ਕਰਦੇ ਨੇ ਸਿੱਖ ਕੌਮ ਦੇ ਉੱਤੇ, ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਹੁੰਦੇ ਨੇ। ਇਹ ਜਾਣ ਕੇ ਇਹ ਜਿਹੜਾ ਸਾਰਾ ਸਿਲਸਿਲਾ ਜਾ ਰਿਹਾ ਇਹ ਫੇਰ ਬੰਦ ਹੋਏਗਾ, ਇਸ ਤਰ੍ਹਾਂ ਬੰਦ ਨਹੀਂ ਹੋ ਸਕਦਾ। ਸੁਖਵਿੰਦਰ ਜੀ, ਮੇਰਾ ਆਖਰੀ ਸਵਾਲ ਹੈ ਸਰ ਕਿ ਇਹਦੇ ਵਿਚਾਲੇ ਹੁਣ ਬਰਗਾੜੀ ਦੇ ਵਿੱਚ ਕਦੇ ਮੋਰਚਾ ਲਾ ਲਿਆ, ਫਿਰ ਕਹਿੰਦੇ ਸਰਕਾਰ ਨੇ ਗੁੱਸਾ ਦੇਤਾ, ਮੋਰਚਾ ਚੱਕ ਲਿਆ, ਫਿਰ ਹੁਣ ਕਹਿੰਦੇ ਕਿ ਮਾਫ ਕਰ ਦਿਓ, ਸਾਨੂੰ ਤਾਂ ਠੱਗਿਆ ਗਿਆ, ਸਾਡੇ ਨਾਲ ਝੂਠ ਬੋਲਿਆ ਗਿਆ, ਸਾਨੂੰ ਛਲਾਵੇ ਵਿੱਚ ਰੱਖਿਆ ਗਿਆ। ਹੁਣ ਫੇਰ ਚਰਚਾ ਚੱਲ ਰਹੀ ਹੈ ਕਿ ਫੇਰ ਮੋਰਚਾ ਲਾ ਦੇਣਾ। ਪਰ ਸਿੱਖ ਜਿਹੜੀਆਂ ਜਥੇਬੰਦੀਆਂ ਬਾਕੀ ਨੇ ਜਾਂ ਸਿੱਖ ਭਾਵਨਾਵਾਂ ਲੋਕ ਨੇ, ਜਿਹੜੇ ਪੰਜਾਬ ਦੇ ਲੋਕ ਨੇ, ਖਾਸ ਕਰ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਆਸਥਾ ਰੱਖਦੇ ਨੇ, ਉਹ ਇਹਨਾਂ ਦੇ ਮੂੰਹ ਵੱਲ ਦੇਖ ਰਹੇ ਨੇ ਕਿ ਆਖਿਰਕਾਰ ਇਹ ਕਰ ਕੀ ਰਹੇ ਨੇ। ਉਹਨਾਂ ਨੂੰ ਇਹ ਸਾਰਾ ਕੁਝ ਇੱਕ ਤਮਾਸ਼ਾ ਲੱਗਦਾ। ਹੁਣ ਦੇਖੋ ਇਹ ਹੈ ਹੀ ਤਮਾਸ਼ਾ। ਇਹ ਜਿਸ ਵੇਲੇ ਉਹ ਮੋਰਚਾ ਲੱਗਾ ਹੋਇਆ ਸੀਗਾ ਉਸ ਨੂੰ ਵਾਪਸ ਲੈਣ ਦੀ ਕਿਹੜੀ ਉਚੇਚ ਸੀ? ਇਹਨਾਂ ਨੂੰ ਪਾਰਲੀਮੈਂਟ ਦੇ ਇਲੈਕਸ਼ਨ ਤੱਕ ਉਸ ਨੂੰ ਕੰਟੀਨਿਊ ਕਰਨਾ ਚਾਹੀਦਾ ਸੀ। ਔਰ ਫਿਰ ਅਸੀਂ ਇਹਨਾਂ ਨੇ ਬੁਲਾਇਆ ਸੀ, ਮੰਡ ਸਾਹਿਬ ਨੇ ਜੋ ਉੱਥੇ ਮੋਰਚੇ ਦੇ ਸੰਚਾਲਕ ਸਨ, ਇੱਕ ਵਾਰੀ ਮੈਨੂੰ ਬੁਲਾਇਆ ਸੀ। 5-4 ਬੰਦੇ ਇਕੱਠੇ ਹੋ ਕੇ ਗਏ ਸਾਂ ਤੇ ਅਸੀਂ ਬੇਨਤੀ ਕੀਤੀ ਸੀ ਕਿ ਇਸ ਨੂੰ ਤੁਸੀਂ ਪਾਰਲੀਮੈਂਟ ਤੱਕ ਚਲਾਓ, ਔਰ ਫਿਰ ਤੁਸੀਂ ਇਸ ਨੂੰ ਇਹ ਕਹਿ ਕੇ ਬੰਦ ਕਰੋ ਪਾਰਲੀਮੈਂਟ ਇਲੈਕਸ਼ਨਸ ਆ ਗਏ ਨੇ ਤੇ ਅਸੀਂ ਪਾਰਲੀਮੈਂਟ ਦੇ ਵਿੱਚ ਆਪਣੇ ਬੰਦੇ ਖੜੇ ਕਰਾਂਗੇ ਜਿਹੜੇ ਆਪਣੀ ਗੱਲ ਕਰਨਗੇ। ਜਾ ਕੇ ਨਿਆਂ ਕੋਈ ਕਿਸੇ ਨੂੰ ਨਹੀਂ ਦਿੰਦਾ, ਅਸੀਂ ਨਿਆਂ ਲਵਾਂਗੇ ਆਪਣੀ ਹਿੰਮਤ ਦੇ ਨਾਲ, ਆਪਣੇ ਤਰਕ ਦੇ ਨਾਲ, ਆਪਣੇ ਜੋ ਵੀ ਸਾਡੇ ਲੋਕਾਂ ਦੀ ਸ਼ਕਤੀ ਹੈ ਉਸ ਦੇ ਨਾਲ ਅਸੀਂ ਨਿਆਂ ਲਵਾਂਗੇ। ਤੇ ਅਸੀਂ ਪਾਰਲੀਮੈਂਟ ਦੇ ਵਿੱਚ ਬੰਦੇ ਖੜੇ ਕਰਦੇ ਹਾਂ, ਇਹਨਾਂ ਨੂੰ ਜਿਤਾਓ ਲੋਕੋ, ਤਾਂ ਕਿ ਅਸੀਂ ਨਿਆਂ ਲੈ ਸਕੀਏ। ਉਹਨਾਂ ਨੇ ਉਸ ਤੋਂ ਬਾਅਦ ਇੱਕਦਮ ਹੀ ਉਸ ਮੋਰਚੇ ਨੂੰ ਵਾਪਸ ਲੈ ਲਿਆ। ਔਰ ਕੁਛ ਤਾਂ ਲੋਕ ਹੋਰ ਵੀ ਗੱਲਾਂ ਕਰਦੇ ਆ, ਜਿਹੜਾ ਪੈਸੇ ਦਾ ਕੋਈ ਆਦਾਨ ਪ੍ਰਦਾਨ ਹੋਇਆ, ਲੇਕਿਨ ਘੱਟ ਤੋਂ ਘੱਟ ਉਹ ਬੇਵਕੂਫ ਤਾਂ ਬਣੇ ਹੀ ਨਾ। ਹੁਣ ਜਾ ਕੇ ਉੱਥੇ ਅਰਦਾਸਾਂ ਕਰਦੇ ਸਾਨੂੰ ਮਾਫ ਕਰ ਦਿਓ। ਮਾਫ ਕਿਸ ਚੀਜ਼ ਨੂੰ ਕਰਤਾ ਜਾਏ? ਪਹਿਲਾਂ ਤਾਂ ਇਹ ਤਾਂ ਦੱਸੋ ਵੀ ਕਿਉਂ ਇਸ ਤਰ੍ਹਾਂ ਦਾ ਕੀਤਾ ਸੀ। ਉਹ ਜਿਹੜਾ ਉੱਥੇ ਇਹਨਾਂ ਨੇ ਕੀਤਾ
ਸਰਬੱਤ ਖਾਲਸਾ ਉਸ ਦੇ ਵਿੱਚ ਵੀ ਨਿਰਾਸ਼ਰੀਨ ਧੋਖਾ ਸੀ ਕੌਮ ਦੇ ਨਾਲ, ਕਿ ਜਿਹੜੇ ਬੰਦੇ ਜ਼ਾਹਿਰਾ ਤੌਰ ਦੇ ਉੱਤੇ ਉਸ ਵਾਸਤੇ ਬੇਅਦਬੀ ਵਾਸਤੇ ਜ਼ਿੰਮੇਵਾਰ ਹਨਗੇ, ਉਹਨਾਂ ਦਾ ਤੁਸੀਂ ਨਾਂ ਹੀ ਨਹੀਂ ਲੈਂਦੇ। ਉਹਨਾਂ ਨੂੰ ਤੁਸੀਂ ਆਪਣੇ ਲੋਕਾਂ ਦੀ ਜਿਹੜਾ ਰੋਸ ਸੀਗਾ ਉਸ ਤੋਂ ਉਹਨਾਂ ਨੂੰ ਸ਼ੀਲਡ ਪ੍ਰੋਵਾਈਡ ਕਰਦੇ ਹੋ, ਉਹਨਾਂ ਨੂੰ ਤੁਸੀਂ ਬਚਾ ਕੇ ਰੱਖਦੇ ਹੋ, ਉਹਨਾਂ ਦੇ ਸਾਹਮਣੇ ਤੁਸੀਂ ਢਾਲ ਕਰਦੇ ਹੋ ਸਰਬੱਤ ਖਾਲਸਾ ਦੀ। ਇਹ ਸਰਬੱਤ ਖਾਲਸਾ ਦਾ ਮਕਸਦ ਸੀਗਾ। ਜਿਹੜਾ ਮਕਸਦ ਸੀ ਉਹ ਤਾਂ ਅਚੀਵ ਨਹੀਂ ਹੋਇਆ, ਔਰ ਕਿਸ ਤਰ੍ਹਾਂ ਦੇ ਉਹਦੇ ਵਿੱਚੋਂ ਸਰੋਕਾਰ ਕੱਢੇ ਗਏ। ਔਰ ਜਿਹੜੇ ਕੋਈ ਇੱਥੇ ਕਈ, ਹੁਣ ਪੈਸਾ ਤਾਂ ਫਿਰ ਕੋਈ ਚੀਜ਼ ਨਹੀਂ ਹੁੰਦੀ, ਲੇਕਿਨ ਫਿਰ ਵੀ ਉਸ ਦੇ ਮਸਲੇ ਵੀ ਹੁੰਦੇ ਨੇ। ਇਸ ਦੇ ਬਾਰੇ ਲੋਕਾਂ ਨੇ ਆਪ ਸੋਚਣਾ ਹੁੰਦਾ ਵੀ ਕਿਸ ਤਰ੍ਹਾਂ ਕਰਨਾ। ਤੇ ਇਹ ਜਿਹੜਾ ਹੈਗਾ ਇਹ ਇਸੇ ਤਰ੍ਹਾਂ ਹੱਲ ਹੋਏਗਾ ਡੈਮੋਕ੍ਰੈਟਿਕ ਪਾਰਟੀ ਦੇ ਰਾਹੀਂ, ਡੈਮੋਕ੍ਰੈਟਿਕ ਤਰੀਕੇ ਦੇ ਨਾਲ, ਡੈਮੋਕ੍ਰੈਟਿਕ ਅਸੈਂਬਲੀ ਦੇ ਵਿੱਚ, ਪਾਰਲੀਮੈਂਟ ਦੇ ਵਿੱਚ ਆਪਣੀ ਗੱਲ ਤਰਕ ਦੇ ਨਾਲ ਔਰ ਕਹਿਣ ਦੇ ਨਾਲ, ਔਰ ਉਹਨਾਂ ਨੂੰ ਮੰਨਣੀ ਪਏਗੀ। ਔਰ ਉਸ ਜਿਹੜੇ ਕੋਰਟ ਹਨਗੇ ਉਹਨਾਂ ਨੂੰ ਵੀ ਮੰਨਣੀ ਪਏਗੀ ਕਿ ਇਹ ਗੱਲ ਅਸੀਂ ਇਹਨਾਂ ਦੀ ਨਾ ਮੰਨੀ ਤਾਂ ਦੇਸ਼ ਦੇ ਵਿੱਚ ਬਦਅਮਨੀ ਹੋਏਗੀ। ਇਸ ਤਰ੍ਹਾਂ ਦੀ ਗੱਲ ਸਾਨੂੰ ਕਰਨੀ ਪਏਗੀ, ਨਹੀਂ ਤਾਂ ਅਸੀਂ ਨਿਆਂ ਨਹੀਂ ਲੈ ਸਕਦੇ। ਇਹ ਯਕੀਨਨ ਤੁਸੀਂ ਆਪਣਾ ਭਰੋਸਾ ਰੱਖੋ ਕਿ ਇਹ ਨਹੀਂ ਹੋ ਸਕਦਾ। ਜੀ ਸ਼ੁਕਰੀਆ ਗੁਰਤੇਜ ਸਿੰਘ ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ। ਯੂ ਆਰ ਵੈਲਕਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੇਰੇ ਨਾਲ ਮੌਜੂਦ ਸਨ ਸਾਬਕਾ ਆਈਏਐਸ ਸਰਦਾਰ ਗੁਰਤੇਜ ਸਿੰਘ। ਬੇਅਦਬੀਆਂ ਅਤੇ ਇਸ ਉੱਤੇ ਹੋ ਰਹੀ ਸਿਆਸਤ ਦੇ ਉੱਤੇ ਅਸੀਂ ਚਰਚਾ ਕੀਤੀ ਹੈ, ਕਿਸ ਤਰ੍ਹਾਂ ਬਦਲਾਅ ਆ ਸਕਦਾ, ਇਸ ਬਾਰੇ ਵੀ ਸੋਚਣ ਦੀ ਜ਼ਰੂਰਤ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਪੰਜਾਬਿਸਤਾਨ ਟੀਵੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।